ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਰਾਗ ਮਹੱਲਾ ਪੰਜਵਾ। ਸ਼ਰਨ ਪਏ ਪ੍ਰਭ ਆਪਣੇ, ਗੁਰ ਹੋਆ ਕਿਰਪਾਲ। ਸਤਿਗੁਰ ਕੈ ਉਪਦੇਸੈ, ਬਿਨ ਸੇ ਸਰਬ ਜੰਜਾਲ। ਅੰਦਰ ਲੱਗਾ ਰਾਮ ਨਾਮ, ਅੰਮ੍ਰਿਤ ਨਦਰ ਨਿਹਾਲ। ਮਨ ਮੇਰੇ ਸਤਿਗੁਰ ਸੇਵਾ ਸਾਰ, ਕਰੇ ਦਇਆ ਪ੍ਰਭ ਆਪਣੀ। ਇਕ ਨਿਮਖ ਨ ਮਨੋ ਵਿਸਾਰ। ਕਰੇ ਦਇਆ ਪ੍ਰਭ ਆਪਣੀ, ਇਕ ਨਿਮਖ ਨ ਮਨੋ ਵਿਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਬਚਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ, ਛਤਰ ਚਵਰ ਤਖਤ ਦੇ ਮਾਲਕ, ਹਲਤ ਪਲਤ ਕੇ ਰੱਖਿਅਕ, ਦੋ ਜਹਾਨ ਕੇ ਵਾਲੀ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਪਰਮੇਸ਼ਰ, ਜਿਨ੍ਹਾਂ ਦੇ ਮੁਖਾਰ ਬਿੰਦ ਤੋਂ ਇਹ ਬਚਨ ਉਚਾਰਨ ਹੋਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 48 ਉੱਪਰ ਪਹਿਲਾ ਸ਼ਬਦ ਤੋਂ ਸਤਿਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਲੜੀ ਦੀ ਵਿਚਾਰ ਚੱਲ ਰਹੀ ਸੀ। ਨਾਮ ਦੀ ਮਹਿਮਾ, ਸਿਮਰਨ ਦੀ ਮਹਿਮਾ। ਕੱਲ ਆਪਾਂ ਸਰਵਣ ਕਰ ਰਹੇ ਸੀ ਸ਼ਬਦ ਕਿ ਮਨੁੱਖ ਦੀ ਜਿਹੜੀ ਹਾਲਾਤ ਹੈ, ਬੰਦਾ ਕਹਿੰਦਾ ਹੈ ਆ ਮੇਰਾ, ਆ ਮੇਰਾ, ਆ ਮੇਰਾ, ਮੇਰਾ ਤਨ ਅਰ ਧਨ, ਮੇਰਾ ਰਾਜ ਰੂਪ, ਮੈਂ ਦੇਸ਼, ਸੁਤ ਦਾਰਾ ਬਣਤਾ ਅਨੇਕ, ਬਹੁਤ ਰੰਗ ਅਰ ਬੇਸ, ਇਹ ਸਭ ਕੁਝ ਮੇਰਾ। ਪਰ ਹਰ ਨਾਮ ਹਿਰਦੇ ਨਾ ਵਸੇ, ਜਿਹੜਾ ਇਹਦਾ ਸੀ ਉਹਨੂੰ ਹਿਰਦੇ ਵਿੱਚ ਵਸਾਇਆ ਹੀ ਨਹੀਂ। ਪਰਮੇਸ਼ਰ ਦੇ ਨਾਮ ਨੂੰ ਆਪਣਾ ਨਹੀਂ ਬਣਾਇਆ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਹਰ ਨਾਮ ਹਿਰਦੇ ਨਾ ਵਸੇ, ਕਾਰਜ ਕਿਤੇ ਨਾ ਲੇਖ। ਤਾਂ ਤੇ ਜੇ ਹਰੀ ਦਾ ਨਾਮ ਨਹੀਂ ਜਪਦਾ ਤੇ ਇਸ ਦੇ ਸਾਰੇ ਹੀ ਕਾਰਜ ਕਿਸੇ ਲੇਖੇ ਵਿੱਚ ਨਹੀਂ ਆਉਣੇ। ਔਰ ਜਿਨ੍ਹਾਂ ਨੂੰ ਇਹ ਸਭ ਆਪਣੇ ਬਣਾਉਂਦਾ ਹੈ, ਇਹਨਾਂ ਨੇ ਫਿਰ ਉਸ ਵੇਲੇ ਕੰਮ ਨਹੀਂ ਆਉਣਾ ਜਦ ਭੀੜ ਪੈਣੀ ਆ ਜਾਂ ਦੁੱਖ ਆਉਣੇ ਆ। ਤੋ ਇਸ ਕਰਕੇ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਸੀ ਕੱਲ ਸ਼ਬਦਾਂ ਵਿੱਚ, ਮੇਰੇ ਮਨ ਹਰ ਹਰ ਨਾਮ ਧਿਆਏ, ਕਰ ਸੰਗਤ ਨਿਤ ਸਾਧ ਕੀ, ਗੁਰ ਚਰਨੀ ਚਿੱਤ ਲਾਏ। ਗੁਰੂ ਦੀ ਸੰਗਤ ਕਰ, ਗੁਰੂ ਚਰਨਾਂ ਨਾਲ ਜੁੜ, ਗੁਰਮੁਖਾਂ ਦੀ ਸੰਗਤ ਕਰ। ਇਸ ਸੰਗਤ ਦਾ ਫਲ ਹੀ ਜਿਹੜਾ ਹੈ ਤੈਨੂੰ ਦਰਗਾਹ ਦੇ ਵਿੱਚ ਆਤਮਿਕ ਸੁੱਖ ਦੇਣ ਲਈ ਪ੍ਰਾਪਤ ਹੋਣਾ ਹੈ। ਸੋ ਜਿਨ੍ਹਾਂ ਨੇ ਗੁਰੂ ਦੀ ਗੱਲ ਮੰਨ ਲਈ, ਅੱਜ ਦਾ ਸ਼ਬਦ, ਅੱਜ ਦੀ ਲੜੀ ਅੱਗੇ ਤੋਰਦੇ ਹਨ ਸਤਿਗੁਰੂ। ਜਿਨ੍ਹਾਂ ਨੇ ਗੁਰੂ ਦੀ ਗੱਲ ਮੰਨ ਲਈ, ਗੁਰਮੁਖਾਂ ਦੀ ਸੰਗਤ ਕਰ ਲਈ, ਗੁਰੂ ਦੇ ਕੋਲੋਂ ਉਪਦੇਸ਼ ਦੀ ਪ੍ਰਾਪਤੀ ਕਰ ਲਈ, ਜਿਹੜੇ ਪਰਮੇਸ਼ਰ ਦੀ ਸ਼ਰਨ ਵਿੱਚ ਆ ਗਏ, ਅੱਜ ਫਿਰ ਉਹਨਾਂ ਦੀ ਗੱਲ ਕਰਦੇ ਆ।
ਬਖਸ਼ਿਸ਼ ਕਰਦੇ ਹਨ। ਸ੍ਰੀ ਰਾਗ ਮਹੱਲਾ ਪੰਜਵਾ। ਸ਼ਰਨ ਪਏ ਪ੍ਰਭ ਆਪਣੇ, ਗੁਰ ਹੋਆ ਕਿਰਪਾਲ। ਜਿਹੜੇ ਪਰਮੇਸ਼ਰ ਦੀ ਸ਼ਰਨ ਵਿੱਚ ਆ ਗਏ, ਜੋ ਸ਼ਰਨੇ ਆਵੈ ਤਿਸ ਕੰਠ ਲਗਾਵੈ, ਇਹ ਬਿਰਧ ਸੁਆਮੀ ਸੰਦਾ। ਇਹ ਮਾਲਕ ਦਾ ਸੁਭਾਅ ਹੈ ਕਿ ਜਿਹੜਾ ਪਰਮੇਸ਼ਰ ਦੀ ਸ਼ਰਨ ਵਿੱਚ ਆ ਗਿਆ ਉਹਨੂੰ ਗਲੇ ਲਾ ਲੈਂਦਾ। ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ ਦੇ ਮਹਾਂਵਾਕ ਅਨੁਸਾਰ ਜਿਹੜਾ ਅੜਦਾ ਫਿਰ ਉਹਨੂੰ ਉਹੋ ਜਿਹਾ ਫਲ ਮਿਲ ਜਾਂਦਾ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਜਿਨ੍ਹਾਂ ਨੇ ਪਰਮੇਸ਼ਰ ਦੀ ਸ਼ਰਨ ਲੈ ਲਈ ਉਹਨਾਂ 'ਤੇ ਗੁਰੂ ਵੀ ਦਿਆਲ ਹੋ ਗਿਆ। ਗੁਰੂ ਵੀ ਉਹਨਾਂ 'ਤੇ ਕਿਰਪਾ ਕਰਦਾ ਜਿਹੜੇ ਗੁਰੂ ਦੀ ਗੱਲ ਮੰਨ ਕੇ ਪਰਮੇਸ਼ਰ ਨਾਲ ਜੁੜਨਾ ਕਰਦੇ। ਜਿਵੇਂ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨਿਮਾਣਿਆਂ ਦੇ ਮਾਨ ਬਖਸ਼ਿਸ਼ ਕਰਦੇ ਹਨ। ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਉਹੀ ਮੇਰਾ ਸਿੱਖ ਹੈ, ਉਹੀ ਮੇਰਾ ਸਖਾ ਦੋਸਤ ਮਿੱਤਰ ਸੰਬੰਧੀ ਹੈ, ਜਿਹੜਾ ਗੁਰੂ ਦੀ ਗੱਲ ਮੰਨਦਾ ਹੈ। ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਜਿਹੜਾ ਆਪਦੀ ਮਨਮਰਜ਼ੀ ਕਰਦਾ ਹੈ ਉਹ ਮਾਲਕ ਤੋਂ ਵਿਛੜ ਜਾਂਦਾ ਹੈ, ਗੁਰੂ ਤੋਂ ਵੀ ਵਿਛੜ ਜਾਂਦਾ। ਜਿਸ ਤਰ੍ਹਾਂ ਪ੍ਰਿਥੀ ਚੰਦ ਨੇ ਆਪਦੀ ਮਨਮਰਜ਼ੀ ਕੀਤੀ, ਭਾਵੇਂ ਗੁਰੂ ਪੁੱਤਰ ਹੋਇਆ ਪਰ ਫਿਰ ਵੀ ਗੁਰੂ ਦੀ ਖੁਸ਼ੀ ਨਹੀਂ ਲੈ ਸਕਿਆ। ਜਿਵੇਂ ਰਾਮ ਰਾਏ ਨੇ ਮਨਮਰਜ਼ੀ ਕੀਤੀ, ਗੁਰੂ ਕਾ ਪੁੱਤਰ ਸੀ ਪਰ ਗੁਰੂ ਦੇ ਮੁਤਾਬਕ ਨਹੀਂ ਚੱਲਿਆ ਤੇ ਪਰਮੇਸ਼ਰ ਦੇ ਭਾਣੇ 'ਚੋਂ ਬਾਹਰ ਨਿਕਲ ਗਿਆ। ਤੋ ਤੀਸਰੇ ਪਾਤਸ਼ਾਹ ਜੀ ਕਹਿੰਦੇ, ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਬਿਨ ਸਤਿਗੁਰ ਸੋ ਕਦੇ ਨ ਪਾਵੈ ਭਾਈ, ਫਿਰ ਪਛੋਤਾਵੈ। ਹਰ ਕੇ ਦਾਸ ਸੁਹੇਲੇ ਭਾਈ, ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੇ। ਤਾਂ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਨਾਲ ਜੁੜਨਾ ਕੀਤਾ ਉਹਨਾਂ ਨੇ ਜਨਮਾਂ ਜਨਮਾਂਤਰਾਂ ਦੇ ਦੁੱਖਾਂ ਦਾ ਖਾਤਮਾ ਕਰਤਾ। ਤਾਂ ਹੁਣ ਪਿੱਛੋਂ ਕਈ ਦਿਨਾਂ ਤੋਂ ਸਤਿਗੁਰੂ ਰਾਗ ਸ਼੍ਰੀ ਰਾਗ ਦੇ ਵਿੱਚ ਨਾਮ ਦੀ ਮਹਿਮਾ, ਪਰਮੇਸ਼ਰ ਦੇ ਮਿਲਣ ਦੀ ਮਹਿਮਾ, ਗੁਰੂ ਵਾਲੇ ਬਣਨ ਦੀ ਮਹਿਮਾ ਦੱਸ ਰਹੇ ਸੀ। ਔਰ ਜਿਨ੍ਹਾਂ ਨੇ ਗੁਰੂ ਦੀ ਗੱਲ ਮੰਨ ਲਈ ਫਿਰ ਉਹਦਾ ਅੱਜ ਨਿਚੋੜ ਕੱਢਦੇ ਆ ਇਸ ਸ਼ਬਦ ਦੇ ਵਿੱਚ। ਰਹਾਉ ਦੀ ਪੰਕਤੀ ਹੈ, ਮਨ ਮੇਰੇ ਸਤਿਗੁਰ ਸੇਵਾ ਸਾਰ। ਸਾਰ ਕੀ ਹੁੰਦਾ? ਤੱਤ। ਤੱਤ ਕੀ ਹੁੰਦਾ? ਨਿਚੋੜ। ਜਿਵੇਂ ਦੁੱਧ ਦਾ ਤੱਤ ਹੈ ਉਹ ਘਿਓ ਹੈ। ਨਿਚੋੜ ਸਭ ਤੋਂ ਕੀਮਤੀ ਵਸਤੂ ਦੁੱਧ ਵਿੱਚੋਂ ਘਿਓ ਹੈ, ਭਾਵੇਂ ਹੋਰ ਵੀ ਬਹੁਤ ਕੁਝ ਬਣਦਾ ਹੈ। ਇਸੇ ਤਰ੍ਹਾਂ ਹੀ ਨਾਮ ਦਾ ਜਾਂ ਜ਼ਿੰਦਗੀ ਦਾ ਜਿਹੜਾ ਤੱਤ ਹੈ ਅਸਲੀ, ਉਹ ਪਰਮੇਸ਼ਰ ਦਾ ਨਾਮ ਜਪਣਾ ਹੈ। ਜਿਨ੍ਹਾਂ ਨੇ ਇਸ ਤੱਤ ਨੂੰ ਸਾਂਭ ਲਿਆ, ਸਤਿਗੁਰ ਦੀ ਸੇਵਾ ਸਿਮਰਨ ਵਿੱਚ ਲੱਗਣਾ ਕੀਤਾ, ਕਰੇ ਦਇਆ ਪ੍ਰਭ ਆਪਣੀ, ਉਹਨਾਂ ਤੇ ਪਰਮੇਸ਼ਰ ਨੇ ਦਇਆ ਕੀਤੀ, ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਪ੍ਰੀਤਮ ਜੀ ਆਰੰਭ ਕਰਦੇ ਹਨ ਇਹ ਸ਼ਬਦ ਅੱਜ ਵਾਲਾ। ਸ੍ਰੀ ਰਾਗ ਮਹੱਲਾ ਪੰਜਵਾ। ਸ਼ਰਨ ਪਏ ਪ੍ਰਭ ਆਪਣੇ, ਗੁਰ ਹੋਆ ਕਿਰਪਾਲ। ਜਿਹੜੇ ਮਾਲਕ ਦੀ ਸ਼ਰਨ ਵਿੱਚ ਆ ਗਏ ਉਹਨਾਂ ਤੇ ਗੁਰੂ ਵੀ ਕਿਰਪਾ ਕਰਦਾ ਹੈ। ਗੁਰੂ ਵੀ ਉਹਨਾਂ ਤੇ ਕਿਰਪਾ ਕਰਦਾ ਹੈ ਜਿਨ੍ਹਾਂ ਤੇ ਪਰਮੇਸ਼ਰ ਦੀ ਦਇਆ ਹੁੰਦੀ ਆ। ਗੁਰ ਪਰਮੇਸ਼ਰ ਏਕੋ ਜਾਨ, ਮਾਨੋ ਪਰਮੇਸ਼ਰ ਦੇ ਦੋ ਰੂਪ ਹੈ। ਇੱਥੇ ਗੁਰੂ ਹੈ, ਦਰਗਾਹ ਵਿੱਚ ਉਹ ਪਰਮੇਸ਼ਰ ਹੈ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਪਰਮੇਸ਼ਰ ਦੇ ਸਾਹਮਣੇ ਹਾਜ਼ਰ ਹੋਏ, ਉਹਨਾਂ ਦੀ ਸਿਫਤ ਕੀਤੀ ਤਾਂ ਉਹਨਾਂ ਨੂੰ ਹੁਕਮ ਹੋਇਆ, ਨਾਨਕੇ ਮੋਦੀ ਖਾਨੇ ਬੰਦ ਕਰ। ਹੁਣ ਜਿਹੜੇ ਕੰਮ ਲਈ ਮੈਂ ਤੈਨੂੰ ਭੇਜਿਆ ਉਹ ਕੰਮ ਸ਼ੁਰੂ ਕਰ। ਕੀ ਮਹਾਰਾਜ? ਸੰਸਾਰ ਨੂੰ ਮੇਰੇ ਬਾਰੇ ਦੱਸ, ਮੇਰਾ ਪ੍ਰਚਾਰ ਕਰ। ਸੰਸਾਰ ਕਰਮ ਕਾਂਡਾਂ ਵਿੱਚ ਫਸਿਆ ਹੋਇਆ ਉਹਨਾਂ ਨੂੰ ਮੇਰਾ ਗਿਆਨ ਦੇ।
ਧੰਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਮਹਾਰਾਜ ਮੈਂ ਤੁਹਾਡੇ ਬਾਰੇ ਦੁਨੀਆ ਨੂੰ ਕਿਵੇਂ ਦੱਸਾਂ, ਮੈਨੂੰ ਦੱਸੋ। ਤਾਂ ਅਕਾਲ ਪੁਰਖ ਕਹਿੰਦੇ, ਆ ਨਾਨਕ ਪਹਿਲਾਂ ਮੈਂ ਤੇਰਾ ਗੁਰੂ ਬਣਦਾ, ਪਹਿਲਾਂ ਮੈਂ ਤੇਰਾ ਗੁਰੂ ਬਣ ਕੇ ਤੈਨੂੰ ਉਪਦੇਸ਼ ਦਿੰਦਾ ਹਾਂ, ਫਿਰ ਉਹ ਉਪਦੇਸ਼ ਤੂੰ ਅੱਗੇ ਸੰਸਾਰ ਵਿੱਚ ਵੰਡ। ਤਾਂ ਅਕਾਲ ਪੁਰਖ ਜੀ ਧੰਨ ਗੁਰੂ ਨਾਨਕ ਦੇਵ ਜੀ ਦੇ ਗੁਰੂ ਬਣੇ ਔਰ ਉਹਨਾਂ ਨੇ ਇਹਨਾਂ ਨੂੰ ਮੂਲ ਮੰਤਰ ਦਿੱਤਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ऐसे लक्षणा वाला परमेश्वर, ऐसे गुणा वाला परमेश्वर मिलूगा गुर प्रसाद गुरु की कृपा नाल। कहो सतनाम श्री, क्योंकि इत्थे तां गुरु ही मिलिया सानू, रब तां पता नहीं कित्थे रहिंदा, असीं तां गुरु नूं जाणदे आ। कहो सतनाम श्री, और गुरु परमेश्वर नूं जाणदा है। गुरु साडे ते परमेश्वर दे विचाले घड़ी है एक सानू मिलाउण वाला। ਤਾਂ ਅਕਾਲ ਪੁਰਖ ਜੀ ਕਹਿੰਦੇ, ਨਾਨਕ ਇਹ ਜਿਹੜਾ ਹੈ ਮੂਲ ਮੰਤਰ, ਇਹ ਮੇਰਾ ਸਰੂਪ ਹੈ। ਮੈਂ ਇੱਕ ਹਾਂ, ਓੰ ਸ੍ਰਿਸ਼ਟੀ ਵਿੱਚ ਕੁਦਰਤ ਵਿੱਚ ਵੀ ਸਮਾਇਆ ਹੋਇਆ ਹਾਂ। ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਏਕ ਹੈ। ਮੈਂ ਇੱਕ ਹਾਂ, ਕੁਦਰਤ ਵਿੱਚ ਵੀ ਸਮਾਇਆ ਹਾਂ, ਅਨੇਕਾਂ ਵੀ ਹਾਂ। मेरा हुक्म चलता है सब दे विच। सत, मैं सत हाँ, कदे खत्म होने वाला नहीं। मेरा नाम भी सत है, सतनाम। करता पुरख, मैं सृष्टि नूं बनाउण वाला हाँ। निरभौ, मैं डरदा नहीं, डराउंदा नहीं। निरभौ निरवैर, ना मैं डरा ना डरावां। अकाल, मैं काल तो बाहर हाँ, समय तो बाहर हाँ। मेरे ते समय ना कोई प्रभाव नहीं पैंदा, साडे ते पिया, साडे शरीरां ते पिया। बच्चे तो बुढ़े हो गए, को सतनाम, ये समय का प्रभाव है। मैं अकाल मूर्त, मेरा स्वरूप है जिहड़ा ये काल तो बाहर है। मैं मौत दे विच नहीं आउंदा। अजूनी, मैं जमदा भी नहीं, जूना विच नहीं आउंदा। मैं तो डायरैक्ट किसी दे विच प्रवेश होके बोलदा ही हाँ, वो शब्द स्वरूप दे विच। को सतनाम, हुक्म ही हुक्म चलाए राहो। अजूनी, मैं जूना तो बाहर हाँ। स्वैभंग, अपनी मर्जी का मालक हाँ, जिथे चाहां प्रगट होवां, जिथे चाहां गुप्त हो जा। स्वै, अपनी मर्जी का मालक हाँ। स्वैभंग, मैनू मिलन वास्ते संसार नूं गुरु वाले बनन दी लोड़ है। गुर प्रसाद, गुरु की कृपा नाल मैं मिलूंगा। जा नानक, यही उपदेश दुनिया नूं दे। तेरे च ते मेरे च कोई फर्क नहीं, बस इन्ना ही फर्क है, तू अस्थूल है, मैं सूक्ष्म हाँ। तू सरगुण है, मैं निर्गुण हाँ। सरगुण निर्गुण निरंकार, सुन समाधि आप। आपन किया नानका, आपे ही फिर जा। गुरु ग्रंथ साहब जी के रूप में सरगुण हो गया। ये शब्द जिहड़ा हुण मूँह चों बोलिया जा रहा है, ये निर्गुण है, इसदा कोई रूप नहीं है। दोने रूप तुहाडे सामने आ गए। को सतनाम श्री, ये सरगुण हो गया, दिखाई दे रहा है, लेकिन बोलिया जो जा रहा है ये दिसदा नहीं आपां नूं। ये निर्गुण हो गया, पर काम बराबर है दोनों का। तां नानक तू होया गुर परमेश्वर, मैं होया ब्रह्म परमेश्वर। तू होया गुर ब्रह्म, मैं होया पार ब्रह्म। फिर उथों गुरु नानक देव जी उपदेश लैके दुनिया विच आए और इत्थे आके किते भी गुरु नानक देव जी ने यह नहीं कहा कि मैनू जपो। ये गलतियां पहला होईयां पिछले अवतारां तो। जिथे मैं कह दिता उथे मनुख नूं भुलेखा पै गया भी शायद कृष्ण जी ने मैं दा मतलब मेरे शरीर नूं कहा ते उन्हां दीयां मूर्तियां बना के धर लईआं। जिहड़ी गल सी वो भुल गई दुनिया। इसे करके गुरुआं ने 10 ही जामियां विच किते नहीं कहा कि मैनू पूजो। जे मैनू कहंदे सी तां भुलेखा फिर उही पैंदा सी कि शायद उन्हां दी मूर्ति बना के रख लो। कोई सतनाम, क्योंकि शरीर तां रहिंदा नहीं।
ਸਰੀਰ ਨੇ ਤਾਂ ਇੱਕ ਦਿਨ ਜਾਣਾ ਹੀ ਜਾਣਾ। ਔਰ ਇਸੇ ਗੱਲ ਨੂੰ 10ਵੇਂ ਪਾਤਸ਼ਾਹ ਜੀ ਨੇ ਬੜੇ ਜ਼ੋਰ ਦੇ ਕੇ ਕਿਹਾ, ਮੇਰਾ ਰੂਪ ਗ੍ਰੰਥ ਜੀ ਜਾਣ, ਇਸ ਮੈਂ ਭੇਦ ਨਾ ਰੰਚਕ ਮਾਣ, ਜੋ ਮੁਝ ਬਚਨ ਕਰਨ ਕੀ ਚਾਹੇ, ਗ੍ਰੰਥ ਵਿਚਾਰ ਸੁਣੋ ਚਿਤ ਲਾਏ, ਆਤਮਾ ਗ੍ਰੰਥ ਤੇ ਸਰੀਰ ਮੇਰਾ ਪੰਥ ਜਾਣੋ। ਮੈਂ ਸਰੀਰ ਕਰਕੇ ਖਾਲਸਾ ਰੂਪ ਚ ਹਾਂ, ਆਤਮਾ ਕਰਕੇ ਸ਼ਬਦ ਹਾਂ। ਕਹੋ ਸਤਨਾਮ ਸ੍ਰੀ। ਆਤਮਾ ਗ੍ਰੰਥ ਤੇ ਸਰੀਰ ਮੇਰਾ ਪੰਥ ਜਾਣੋ, ਮੈਂ ਹੋ ਪਰਮ ਪੁਰਖ ਕੋ ਦਾਸਾ। ਹੈ ਤਾਂ ਉਹ ਰੱਬ ਹੀ, ਰੱਬ ਦਾ ਦੂਸਰਾ ਰੂਪ ਹੀ ਹੈ, ਪਰ ਕਹਿ ਨਹੀਂ ਸਕਦੇ। ਜੇ ਕਹਿੰਦੀ ਹੈ ਤੇ ਸਾਨੂੰ ਉਹੀ ਭਰਮ, ਉਹੀ ਭੁਲੇਖਾ ਫਿਰ ਪੈਂਦਾ। ਕਹੋ ਸਤਨਾਮ ਸ੍ਰੀ। मैं हो परम पुरख को दासा, देखन आयो जगत तमाशा, जो मुझको परमेश्वर उचरे। साडी तो निगाह शरीर तक ही जाओ ना। जो मुझको परमेश्वर उचरे ते नर नरक कुंड में पर है, वो नरकां नूं जाऊगा जिहड़ा मेरे शरीर नूं रब मनूगा। तो मकसद सीगा साडा डायरैक्ट परमेश्वर नाल जोड़न दा, परमेश्वर दे नाल उस सूखम दे नाल जोड़न दा, ਅਸਥੂਲ ਦੇ ਵਿੱਚ ਆ ਕੇ। ਅਗਰ ਗੁਰੂ ਸਾਹਿਬ ਇਹ ਸਾਨੂੰ ਪੱਕੇ ਤੌਰ 'ਤੇ ਨਾ ਗੱਲਾਂ ਕਹਿੰਦੇ ਤਾਂ ਫਿਰ ਸ਼ਾਇਦ ਅਸੀਂ ਵੀ ਗੁਰੂਆਂ ਦੀਆਂ ਘੋੜੇ ਵਾਲੀਆਂ ਫੋਟੋਆਂ ਪੂਜਣ ਲੱਗ ਜਾਂਦੇ। ਕਹੋ ਸਤਨਾਮ ਸ੍ਰੀ। ਹੋਰ ਮੂਰਤੀਆਂ ਬਣਾ ਕੇ ਬਹਿ ਜਾਂਦੇ ਤੇ ਆ ਉਪਦੇਸ਼ ਭੁੱਲ ਜਾਂਦੇ। ਕਿੰਨਾ ਸੌਖੀ ਸਮਝ ਆ ਰਹੀ ਹੈ ਕਿ ਬੱਚਾ ਮਾਸਟਰ ਦੀ ਫੋਟੋ ਨਹੀਂ ਰੱਖਦਾ, ਉਹਦੇ ਦੱਸੇ ਉਪਦੇਸ਼ਾਂ ਨੂੰ ਗ੍ਰਹਿਣ ਕਰਦਾ ਹੈ। ਕਹੋ ਸਤਨਾਮ ਸ੍ਰੀ। ਬੱਚਾ ਮਾਸਟਰ ਕੋਲੋਂ ਪੜ੍ਹ ਕੇ ਆਉਂਦਾ ਨਾ, ਪੜ੍ਹਿਆ ਯਾਦ ਕਰਕੇ ਸੁਣਾਉਂਦਾ ਹੈ। ਤੇ ਜੇ ਘਰੇ ਧੂਫ ਦੇਈ ਜਾਵੇ ਫੋਟੋ ਰੱਖ ਕੇ ਮਾਸਟਰ ਦੀ, ਫਿਰ ਕਿੱਥੋਂ ਡਿਗਰੀਆਂ ਲੈ ਲੂਗਾ। ਕਹੋ ਸਤਨਾਮ ਸ੍ਰੀ। ਇਸੇ ਤਰ੍ਹਾਂ ਹੀ ਗੁਰੂ ਸਾਹਿਬ ਨੇ ਵੀ ਸਾਨੂੰ ਇਹਨਾਂ ਭੁਲੇਖਿਆਂ ਚੋਂ ਕੱਢ ਕੇ ਕੀ ਕਿਹਾ, ਸ਼ਰਨ ਪਏ ਪ੍ਰਭ ਆਪਣੇ, ਜਿਨ੍ਹਾਂ ਨੇ ਧਰਮ ਨੂੰ ਮੰਨਣਾ ਕੀਤਾ, ਜਿਨ੍ਹਾਂ ਨੇ ਪਰਮੇਸ਼ਰ ਨੂੰ ਮੰਨਣਾ ਕੀਤਾ। ਔਰ ਕਈ ਐਸੇ ਵੀ ਲੋਕ ਹੈ ਜਿਹੜੇ ਕਹਿੰਦੇ ਰੱਬ ਹੈ ਹੀ ਨਹੀਂ, ਪਰ ਹੈ ਜ਼ਰੂਰ, ਸੂਖਮ ਹੈ। ਤੁਹਾਡੇ ਵਿੱਚ ਉਹੀ ਸਭ ਕੁਝ ਕਰ ਰਿਹਾ ਹੈ, ਬੋਲਦਾ ਵੀ ਉਹ ਹੈ, ਸੁਣਦਾ ਵੀ ਉਹ ਹੈ, ਸਾਰੇ ਥਾਵਾਂ 'ਤੇ ਉਹ ਵਰਤ ਰਿਹਾ। ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣ ਹਾਰਾ। ਜਿਵੇਂ ਬਾਣੀਏ ਦੀ ਤੱਕੜੀ ਦੇ ਕੋਲੇ ਬਾਣੀਆਂ ਹੀ ਸਭ ਕੁਝ ਕਰ ਰਿਹਾ ਹੈ, ਬਾਣੀਆਂ ਸੌਦਾ ਪਾ ਰਿਹਾ, ਬਾਣੀਆਂ ਬੱਟੇ ਪਾ ਰਿਹਾ, ਬਾਣੀਆਂ ਸੂਈ ਦੇਖ ਰਿਹਾ, ਵੱਧ ਘੱਟ ਨੂੰ ਬਰਾਬਰ ਕਰ ਰਿਹਾ। ਇਹ ਸਭ ਪਰਮੇਸ਼ਰ ਕਰ ਰਿਹਾ। ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣ ਹਾਰਾ, ਆਪੇ ਦੇਖੈ ਆਪੇ ਬੂਝੈ, ਆਪੇ ਹੈ ਬਣਜਾਰਾ। ਅੰਧਲਾ ਨੀਚ ਜਾਤ ਪਰਦੇਸੀ, ਖਿਨ ਆਵੇ ਤਿਲ ਜਾਵੇ, ਤਾਂ ਕਿ ਸੰਗਤ ਨਾਨਕ ਰਹਿੰਦਾ, ਕਿਉਂ ਕਰ ਮੂੜਾ ਪਾਵੇ। ਤੋ ਇਸ ਕਰਕੇ ਗੁਰੂ ਹੀ ਪਰਮੇਸ਼ਰ ਹੈ, ਗੁਰ ਪਰਮੇਸ਼ਰ ਏਕੋ ਜਾਣ। ਸਰਗੁ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾ। ਮੇਰੇ ਪ੍ਰੀਤਮ ਜੀ ਕਹਿੰਦੇ, ਜਿਨ੍ਹਾਂ ਨੇ ਪਰਮੇਸ਼ਰ ਦੀ ਸ਼ਰਨ ਵਿੱਚ ਆਉਣਾ ਕੀਤਾ, ਉਹਨਾਂ ਤੇ ਗੁਰੂ ਨੇ ਵੀ ਦਇਆ ਕੀਤੀ। ਗੁਰ ਹੋਆ ਕਿਰਪਾਲ, ਤੇ ਗੁਰੂ ਨੇ ਕੀ ਕਿਰਪਾ ਕੀਤੀ, ਸਤਿਗੁਰੂ ਨੇ ਉਪਦੇਸ਼ ਦਿੱਤਾ ਵੀ ਫਿਰ ਐਦਾਂ ਕਰ। ਗਾਈਡੈਂਸ, ਮਾਰਗਦਰਸ਼ਨ, ਗੁਰੂ ਨੇ ਮਾਰਗਦਰਸ਼ਨ ਕੀਤਾ। ਜਿਹੜੇ ਇਸ ਧਰਤੀ ਤੇ ਇਸ ਰਸਤੇ ਤੇ ਚੱਲੇ, ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੈ ਹੋਏ ਲੇਤ ਹੈ, ਭਾਵਨੀ ਭਗਤ ਹੋਏ ਕੌਡੀ ਅਗਰ ਭਾਗ ਰੱਖੈ, ਸਤਿਗੁਰੂ ਤਾਹੇ ਸਰਬ ਨਿਧਾਨ ਦਾਨ ਦੇਤ ਹੈ। ਪਰ ਜੇ ਕੋਈ ਮਨਮੁਖ ਹੋ ਕੇ ਕਹੇ ਕਿ ਮੈਂ ਤਾਂ ਮੰਨਦਾ ਹੀ ਨਹੀਂਗਾ, ਫਿਰ ਗੁਰੂ ਪਿਆਰਿਓ ਉਹਨੂੰ ਉਹੇ ਜਿਹੇ ਫਲ ਮਿਲ ਜਾਣਗੇ। ਜੇ ਕੋਈ ਉਸ ਪਰਮੇਸ਼ਰ ਨੂੰ ਜੋ ਸੂਖਮ ਹੈ ਦਿਖਾਈ ਨਹੀਂ ਦਿੰਦਾ ਮੰਨਦਾ ਹੈ, ਤੇ ਗੁਰੂ ਵੀ ਉਸ ਦਾ ਮਾਰਗਦਰਸ਼ਨ ਜ਼ਰੂਰ ਕਰਦਾ ਹੈ। ਪ੍ਰੀਤਮ ਜੀ ਕਹਿੰਦੇ, ਸਤਿਗੁਰ ਕਹੇ ਉਪਦੇਸ਼ੇ ਹੈ, ਗੁਰੂ ਨੇ ਉਪਦੇਸ਼ ਬਖਸ਼ਿਸ਼ ਕੀਤਾ। ਬਿਨਸੇ ਸਰਬ ਜੰਜਾਲ, ਤੇ ਮਨੁੱਖ ਦੇ ਜਿਹੜੇ ਜੰਜਾਲ ਦਾ ਮਤਲਬ ਭੁਲੇਖੇ ਭਰਮ ਵਹਿਮ ਉਹ ਕੱਟੇ ਗਏ। ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਮੰਨ ਲਓ ਇੱਕ ਉਦਾਹਰਨ ਹੈ ਛੋਟੀ ਜਿਹੀ, ਦਿਨ ਚੜ੍ਹਿਆ ਨਹੀਂ ਹਜੇ, ਮੂੰਹ ਸੋਜਲਾ ਹਨੇਰਾ ਹੈ, ਤੁਸੀਂ ਲੰਘ ਰਹੇ ਹੋ, ਤੁਹਾਡੇ ਪੈਰ ਥੱਲੇ ਕੋਈ ਗੋਲ ਰੱਸੀ ਵਰਗੀ ਚੀਜ਼ ਆਈ, ਤੁਹਾਨੂੰ ਪੂਰਾ ਦਿਸਦਾ ਨਹੀਂ, ਤੁਸੀਂ ਤ੍ਰਭ ਕੇ ਡਰ ਗਏ, ਓਏ ਸੱਪ ਪਿਆ। ਕੋਈ ਰੇਸ਼ਮ ਦੀ ਰੱਸੀ ਹੋਵੇ ਤਾਂ ਸਮਝ ਜਾਓਗੇ ਵੀ ਸ਼ਾਇਦ ਕੋਈ ਸੱਪ ਆ। ਡਰ ਗਏ, ਡਰ ਕੇ ਤੁਹਾਡਾ ਦਿਲ ਵੀ ਧੜਕਿਆ, ਤੇਜ਼ ਹੋ ਗਿਆ। ਫਿਰ ਤੁਸੀਂ ਕੀ ਕੀਤਾ? ਉਹ ਹੈ ਅਧੂਰਾ ਗਿਆਨ। ਹਨੇਰੇ ਦੇ ਵਿੱਚ ਤੁਸੀਂ
ਰੱਸੀ ਨੂੰ ਸੱਪ ਮੰਨ ਲਿਆ। ਪਰ ਜਦੋਂ ਉੱਥੇ ਲਿਆ ਕੇ ਬੈਟਰੀ ਦੀ ਲਾਈਟ ਮਾਰੀ, ਫਿਰ ਤੁਸੀਂ ਆਪ ਹੀ ਕਿਹਾ ਜਾ ਯਾਰ ਉਹੀ ਡਰ ਗਏ ਸੀ, ਇਹ ਤਾਂ ਰੱਸੀ ਸੀ। ਕਹੋ ਸਤਨਾਮ ਸ੍ਰੀ। ਇਸੇ ਤਰ੍ਹਾਂ ਜਿਵੇਂ ਦੀਵਾ ਲਾਈਟ ਜਦੋਂ ਪ੍ਰਕਾਸ਼ ਹੁੰਦਾ ਹੈ ਤੇ ਸਾਨੂੰ ਸੱਚ ਦਾ ਸੱਚ ਤੇ ਝੂਠ ਦਾ ਝੂਠ ਪ੍ਰਤੱਖ ਹੋ ਜਾਂਦਾ ਹੈ, ਇਸੇ ਤਰ੍ਹਾਂ ਗੁਰੂ ਜਿਹੜਾ ਹੈ ਸੱਚ ਤੇ ਝੂਠ ਦਾ ਨਿਤਾਰਾ ਕਰ ਦਿੰਦਾ ਹੈ। ਕਹੋ ਸਤਨਾਮ ਸ੍ਰੀ। ਜਦੋਂ ਸਿੱਖ ਨੂੰ ਗਿਆਨ ਦੇਤਾ ਗੁਰੂ ਨੇ, ਅਗਿਆਨਤਾ ਖਤਮ ਹੋਈ ਤੇ ਡਰ ਵੀ ਖਤਮ ਹੋ ਗਿਆ। ਜਿਵੇਂ ਸੱਪ ਦੇ ਉੱਤੇ ਰੱਸੀ ਦੇ ਉੱਤੇ ਲਾਈਟ ਮਾਰੀ, ਪਤਾ ਲੱਗਿਆ ਵੀ ਇਹ ਤਾਂ ਰੱਸੀ ਸੀ, ਐਵੇਂ ਡਰ ਗਏ। ਉਸੇ ਤਰ੍ਹਾਂ ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ, ਉਗਵੈ ਸੂਰ ਨਾ ਜਾਪੈ ਚੰਦ, ਜੈ ਗਿਆਨ ਪ੍ਰਗਾਸ ਅਗਿਆਨ ਮਿਟੰਤ। ਜਿੱਥੇ ਗਿਆਨ ਦਾ ਪ੍ਰਕਾਸ਼ ਹੋ ਗਿਆ ਉੱਥੇ ਅਗਿਆਨਤਾ ਖਤਮ ਹੋ ਗਈ। ਅਗਿਆਨਤਾ ਵਿੱਚ ਦੁੱਖ ਹੈ, ਗਿਆਨ ਵਿੱਚ ਸੁੱਖ ਹੈ। ਇਸ ਕਰਕੇ ਦੇਖੋ ਸੂਰਜ ਚੜ੍ਹਿਆ ਹੋਇਆ, ਤੁਹਾਡੀ ਗੱਡੀ ਲਈ ਜਾ ਰਹੀ ਔਰ ਰਸਤੇ ਵਿੱਚ ਖਰਾਬ ਹੋ ਗਈ, ਪਰ ਤੁਸੀਂ ਉਹਨੂੰ ਠੀਕ ਕਰਨਾ ਨਹੀਂ ਜਾਣਦੇ। ਤੁਹਾਡੇ ਵਾਸਤੇ ਅਗਿਆਨਤਾ ਹੈ, ਹਨੇਰਾ ਹੈ, ਗੱਡੀ ਦਿਸ ਤਾਂ ਰਹੀ ਹੈ ਪਰ ਇਹ ਨਹੀਂ ਪਤਾ ਪੁਰਜਾ ਕਿਹੜਾ ਖਰਾਬ ਹੈ। ਉੱਥੇ ਤੁਸੀਂ ਫੋਨ ਕਰਕੇ ਮਿਸਤਰੀ ਨੂੰ ਸੱਦਿਆ, ਮਿਸਤਰੀ ਜਾਂਦਿਆਂ ਹੀ ਜਿਹੜਾ ਪੁਰਜਾ ਖਰਾਬ ਸੀ ਉਹ ਸੈੱਟ ਕਰਤਾ, ਗੱਡੀ ਚਲਾ ਦਿੱਤੀ। ਦਿਨ ਤਾਂ ਚੜ੍ਹਿਆ ਸੀਗਾ ਮਿਸਤਰੀ ਵਾਸਤੇ ਵੀ ਤੇ ਮਾਲਕ ਵਾਸਤੇ ਵੀ, ਪਰ ਮਾਲਕ ਨੂੰ ਸਿਰ ਚਲਾਉਣੀ ਆਉਂਦੀ ਹੈ, ਠੀਕ ਕਰਨੀ ਨਹੀਂ ਆਉਂਦੀ। ਤੇ ਮਿਸਤਰੀ ਉਹਦੇ ਪੁਰਜੇ ਨੂੰ ਜਾਣਦਾ ਕਿਹੜਾ ਕਿੱਥੋਂ ਚੱਲਦਾ, ਕੀ ਕੰਮ ਕਰਦਾ। ਕਹੋ ਸਤਨਾਮ ਸ੍ਰੀ। ਉਹਨੇ ਮੁਰੰਮਤ ਕਰਤੀ। ਇਸ ਕਰਕੇ ਅਗਿਆਨਤਾ ਦੁੱਖ ਹੈ ਤੇ ਗਿਆਨ ਸੁੱਖ ਹੈ, ਤੇ ਗੁਰੂ ਗਿਆਨ ਦਿੰਦਾ ਹੈ। ਮੇਰੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ, ਨਾ ਸੁੱਖ ਵਿੱਚ ਗ੍ਰਸਤ ਦੇ, ਨਾ ਸੁੱਖ ਛੱਡ ਗਿਆ। ਗ੍ਰਸਤੀ ਕਹਿੰਦੇ ਅਸੀਂ ਦੁਖੀ ਹਾਂ, ਤੇ ਜਿਨ੍ਹਾਂ ਨੇ ਗ੍ਰਸਤੀ ਜ਼ਿੰਮੇਵਾਰੀਆਂ ਤੋਂ ਡਰ ਕੇ ਨਹੀਂ ਪ੍ਰਵਾਨ ਕੀਤਾ, ਜੰਗਲਾਂ ਨੂੰ ਨਿਕਲ ਗਏ, ਉਹ ਉੱਥੇ ਜਾ ਕੇ ਦੁਖੀ ਹੋਏ। ਹੁਣ ਦੋਨੇ ਦੁਖੀ ਹੈ, ਫਿਰ ਸੁਖੀ ਕਿਉਂ ਨਹੀਂ ਹੋਏ? ਅਗਿਆਨਤਾ ਕਰਕੇ। ਨਾ ਸੁੱਖ ਵਿੱਚ ਗ੍ਰਸਤ ਦੇ, ਨਾ ਸੁੱਖ ਛੱਡ ਗਿਆ। ਸੁੱਖ ਹੈ ਵਿੱਚ ਵਿਚਾਰ ਦੇ, ਸਤਿਗੁਰ ਸ਼ਰਨ ਪਿਆ। ਗਿਆਨ ਦੇ ਵਿੱਚ ਸੁੱਖ ਹੈ। ਗਿਆਨ ਵਿੱਚ ਗ੍ਰਸਤੀ ਜੀਵਨ ਵਧੀਆ ਬਣ ਸਕਦਾ ਹੈ, ਗਿਆਨ ਵਿੱਚ ਸਾਧੂਆਂ ਦਾ ਜੀਵਨ ਵਧੀਆ ਹੋ ਸਕਦਾ ਹੈ। ਪਰ ਜਿਨ੍ਹਾਂ ਨੇ ਗਿਆਨ ਨਹੀਂ ਵਰਤਿਆ ਉਹ ਬਹੁਤ ਸਾਧੂ ਵੀ ਜੇਲ੍ਹਾਂ 'ਚ ਬੈਠੇ ਆ। ਕਹੋ ਸਤਨਾਮ ਸ੍ਰੀ। ਜਿਨ੍ਹਾਂ ਨੇ ਗਿਆਨ ਵਰਤਿਆ ਉਹ ਗ੍ਰਸਤੀ ਸੁਖੀ ਹੈ, ਜਿਨ੍ਹਾਂ ਨੇ ਗਿਆਨ ਨਹੀਂ ਵਰਤਿਆ, ਚਾਦਰ ਵੇਖ ਕੇ ਪੈਰ ਨਹੀਂ ਪਸਾਰੇ, ਕਰਜ਼ੇ ਲੈ ਲਏ, ਸਿਰ ਦੇ ਉੱਤੇ ਲਾਉਣ ਚੱਕ ਲਏ, ਮੋੜਨ ਦਾ ਖਿਆਲ ਨਾ ਕੀਤਾ ਵੀ ਕਿਵੇਂ ਮੋੜਾਂਗੇ, ਉਹ ਦੁਖੀ ਆ। ਕਹੋ ਸਤਨਾਮ ਸ੍ਰੀ। ਇਸ ਕਰਕੇ ਮੇਰੇ ਪ੍ਰੀਤਮ ਜੀ ਕਹਿੰਦੇ ਭਲਿਓ, ਜਿਹੜੇ ਪਰਮੇਸ਼ਰ ਨੂੰ ਮੰਨਦੇ ਨੇ ਉਹਨਾਂ ਤੇ ਗੁਰੂ ਵੀ ਕਿਰਪਾ ਕਰਦਾ ਹੈ, ਮਾਰਗਦਰਸ਼ਨ ਕਰਦਾ ਹੈ। ਸਤਿਗੁਰ ਕਹੇ ਉਪਦੇਸ਼ਿਆ ਬਿਨਸੈ ਸਰਬ ਜੰਜਾਲ। ਉਹਨਾਂ ਨੂੰ ਗੁਰੂ ਨੇ ਗਿਆਨ ਦਿੱਤਾ ਤੇ ਗਿਆਨ ਦੇ ਕੇ ਉਹਨਾਂ ਦੀਆਂ ਬੇੜੀਆਂ, ਜੰਜਾਲ ਜਾਲ, ਪੈਰਾਂ ਨੂੰ ਬੇੜੀ ਪਈ ਹੋਵੇ ਤੇ ਉਹਨੂੰ ਜੰਜਾਲ ਕਹਿੰਦੇ ਆ, ਤੇ ਅਸੀਂ ਜੰਜਾਲ ਵਿੱਚ ਫਸੇ ਹੋਏ ਆ। ਤੇ ਗੁਰੂ ਸਾਨੂੰ ਇਹ ਜੰਜਾਲ ਚੋਂ ਨਿਕਲਣ ਦੀਆਂ ਜੁਗਤੀਆਂ ਦੱਸਦਾ। ਸੰਸਾਰ ਦੇ ਵਿੱਚ ਰਹਿੰਦੇ ਹੋਏ ਆਪਣੇ ਆਪੇ ਦਾ ਖਿਆਲ ਰੱਖਣਾ। ਜੇ ਕਿਸੇ ਗੁਆਂਢੀਆਂ ਦੀ, ਨਗਰ ਨਿਵਾਸੀਆਂ ਦੀ ਰੀਸ ਕਰਕੇ, ਉਹਦੇ ਕੋਲੇ ਪੈਸਾ ਸੀ, ਉਹਨੇ ਲੜਕੀ ਦੇ ਵਿਆਹ ਦੇ ਵਿੱਚ ਬਹੁਤ ਖਰਚਾ ਕੀਤਾ, ਤੇ ਜੇ ਗਰੀਬ ਬੰਦਾ ਵੀ ਕਰਜ਼ਾ ਲੈ ਕੇ ਉਹੋ ਜਿਹਾ ਖਰਚਾ ਕਰੇ ਤੇ ਫਿਰ ਕਿਵੇਂ ਬਚੂਗਾ? ਕਹੋ ਸਤਨਾਮ। ਇਹ ਅਗਿਆਨਤਾ ਹੈ। ਇਸ ਕਰਕੇ ਗੁਰੂ ਦਾ ਉਪਦੇਸ਼ ਜਿਹੜਾ ਹੈ ਸਾਡੀ ਅਗਿਆਨਤਾ ਦੂਰ ਕਰਦਾ ਵੀ ਸਿੱਖਾ ਬਿੱਤ ਮੁਤਾਬਕ ਵਰਤ। ਪ੍ਰੀਤਮ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਜਿਨ੍ਹਾਂ ਨੇ ਪਰਮੇਸ਼ਰ ਨੂੰ ਮੰਨਣਾ ਕੀਤਾ ਗੁਰੂ ਉਹਨਾਂ ਤੇ ਕਿਰਪਾ ਕਰਦਾ ਹੈ। ਸਤਿਗੁਰ ਕਹੇ ਉਪਦੇਸ਼ਿਆ ਬਿਨਸੈ ਸਰਬ ਜੰਜਾਲ। ਗੁਰੂ ਦੇ ਉਪਦੇਸ਼ ਦੇ ਨਾਲ ਜੀਵ ਦੇ ਭਰਮਾਂ ਭੁਲੇਖਿਆਂ ਦੇ ਜਿਹੜੇ ਫਾਹੀਆਂ ਜਾਲ ਉਹ ਕੱਟੇ ਜਾਂਦੇ ਨੇ। ਅੰਦਰ ਲੱਗਾ ਰਾਮ ਨਾਮ। ਇੱਥੇ ਜੰਜਾਲ ਕੋਈ ਰੱਸੀਆਂ ਦੇ ਨਹੀਂ, ਬਸ ਭਰਮਾਂ ਦੇ ਪਏ ਹੋਏ ਨੇ। ਜਿਸ ਤਰ੍ਹਾਂ ਇੱਕ ਸਿੱਖ ਆਇਆ ਪੰਜਵੇਂ ਪਾਤਸ਼ਾਹ ਜੀ ਦੇ ਕੋਲ। ਪੰਜਵੇਂ ਪਾਤਸ਼ਾਹ ਜੀ ਉਹ ਸਿੱਖ ਨੂੰ ਕਹਿਣ ਲੱਗੇ ਵੀ ਐਂ ਕਰ, ਤੂੰ ਸਾਡੇ ਕੋਲ 6 ਮਹੀਨੇ ਰਹਿ। ਉਹ ਕਹਿਣ ਲੱਗਿਆ ਨਾ ਮਹਾਰਾਜ, ਮੇਰੇ ਤਾਂ ਜਵਾਕ ਭੁੱਖੇ ਮਰ ਜਾਣਗੇ, ਸਾਰਾ ਘਰ ਤਾਂ ਮੇਰੇ ਸਿਰ ਤੇ ਚੱਲਦਾ, ਮੈਂ ਦਿਹਾੜੀ ਕਰਦਾ, ਫਿਰ ਉਹ ਖਾਂਦੇ ਆ। ਪਾਤਸ਼ਾਹ ਜੀ ਨੇ ਗੱਲ ਸਮਝਾਉਣੀ ਸੀ ਸਾਨੂੰ ਵੀ ਤੇ ਉਹ ਸਿੱਖ ਨੂੰ ਵੀ, ਸਾਰਿਆਂ ਨੂੰ। ਪਾਤਸ਼ਾਹ ਕਹਿੰਦੇ ਪਾਲਣ ਵਾਲਾ ਪਰਮੇਸ਼ਰ ਹੈ, ਤੂੰ 6 ਮਹੀਨੇ ਸਾਡੇ ਕੋਲ ਰਹਿ। ਕਹਿੰਦਾ ਨਾ ਜੀ ਨਾ, ਮੈਨੂੰ ਜਾਣ ਦਿਓ, ਮੈਂ ਰਹਿ ਨਹੀਂ ਸਕਦਾ। ਪਾਤਸ਼ਾਹ ਨੇ ਬੜੀ ਕੋਸ਼ਿਸ਼ ਕੀਤੀ ਆ, ਨਾ ਰੁਕਿਆ। ਪਾਤਸ਼ਾਹ ਕਹਿੰਦੇ ਚੰਗਾ, ਸਾਡੀ ਆ ਚਿੱਠੀ ਲੈ ਜਾ, ਜਾਂਦਾ ਜਾਂਦਾ ਰਾਹ 'ਚ ਇੱਕ ਪਿੰਡ ਹੈ, ਉੱਥੇ ਚਿੱਠੀ ਫੜਾ ਜੀ।
ਪਾਤਸ਼ਾਹ ਨੇ ਚਿੱਠੀ ਵਿੱਚ ਕੋਈ ਲਿਖ ਕੇ ਬੰਦ ਕਰ ਦਿੱਤਾ ਤੇ ਚਿੱਠੀ ਦੇ ਦਿੱਤੀ ਤੇ ਉਹ ਕਹਿੰਦਾ ਜੀ ਠੀਕ ਆ। ਉਹ ਜਾਂਦਾ ਜਾਂਦਾ ਉਹ ਸਿੱਖ ਦੇ ਘਰ ਗਿਆ ਤੇ ਉਹਨੂੰ ਚਿੱਠੀ ਫੜਾ ਦਿੱਤੀ, ਬਈ ਮਿੱਤਰਾ ਪੰਜਵੇਂ ਪਾਤਸ਼ਾਹ ਕੋਲੋਂ ਆਇਆ ਮੈਂ ਤੇ ਆ ਚਿੱਠੀ ਦਿੱਤੀ ਹੈ। ਕਹਿਣ ਲੱਗਿਆ ਠੀਕ ਆ। ਉਹਨੇ ਚਿੱਠੀ ਖੋਲ ਕੇ ਪੜ੍ਹੀ। ਚਿੱਠੀ 'ਚ ਲਿਖਿਆ ਸੀਗਾ ਇਹ ਸਿੱਖ ਨੂੰ ਘਰੇ ਨਹੀਂ ਜਾਣ ਦੇਣਾ, 6 ਮਹੀਨੇ ਆਪਣੇ ਕੋਲੇ ਰੱਖ, ਜਿਵੇਂ ਮਰਜ਼ੀ ਰੱਖ, ਇਹਨੂੰ ਜਲ ਪਾਣੀ ਛਕਾ, ਸੇਵਾ ਪੂਰੀ ਕਰ, ਦੁੱਖ ਕੋਈ ਨਾ ਹੋਵੇ, ਪਰ ਜਾਣ ਨਹੀਂ ਦੇਣਾ। ਕਹੋ ਸਤਨਾਮ ਸ੍ਰੀ। ਉਹ ਸਿੱਖ ਨੇ ਜਲ ਪਾਣੀ ਛਕਾਇਆ ਬਿਠਾ ਕੇ। ਜਦੋਂ ਤੁਰਨ ਲੱਗਿਆ ਕਹਿੰਦੇ ਚੰਗਾ ਭਾਈ ਸਾਹਿਬ, ਕਹਿੰਦੇ ਚੰਗਾ ਚੰਗਾ ਨਹੀਂ, ਬਾਬਾ ਜੀ ਦਾ ਹੁਕਮ ਹੈ ਵੀ ਮੇਰੇ ਕੋਲੇ 6 ਮਹੀਨੇ ਰਹਿਣਾ ਤੂੰ, ਮੈਂ ਤੇਰੀ ਸੇਵਾ ਕਰਨੀ ਹੈ। ਕਹਿੰਦੇ ਨਾ ਭਰਾਵਾ, ਮੈਂ ਤਾਂ ਜਾ ਕੇ ਜਵਾਕ ਪਾਲਨੇ ਆ। ਉਹ ਕਹਿਣ ਲੱਗੇ ਦੇਖੋ ਪਰਮੇਸ਼ਰ ਦਾ ਹੁਕਮ ਹੈਗਾ, ਗੁਰੂ ਪਾਤਸ਼ਾਹ ਦਾ ਹੁਕਮ ਹੈ, ਮੈਂ ਤੈਨੂੰ ਜਾਣ ਨਹੀਂ ਦਿੰਦਾਗਾ। ਚਿੱਠੀ ਦੇ ਵਿੱਚ ਲਿਖਿਆ ਪੱਕੇ ਤੌਰ ਤੇ ਬਈ 6 ਮਹੀਨੇ ਸਿੱਖ ਨੂੰ ਆਪਣੇ ਕੋਲ ਰੱਖਣਾ, ਜਾਣ ਨਹੀਂ ਦੇਣਾ। ਉਹਨੇ ਬੜੇ ਹੱਥ ਪੈਰ ਮਾਰੇ। ਚਲੋ ਪਾਤਸ਼ਾਹ ਤਾਂ ਨਰਮੀ ਨਾਲ ਕਿਹਾ ਸੀਗਾ, ਫਿਰ ਸਿੱਖ ਨੇ ਸਖਤੀ ਨਾਲ ਰੱਖ ਲਿਆ। ਮਿੱਤਰਾ ਤੈਨੂੰ ਕਿਸੇ ਗੱਲ ਦੀ ਤਕਲੀਫ ਨਹੀਂ ਹੋਊਗੀ, ਪਰ ਤੂੰ 6 ਮਹੀਨੇ ਰਹਿ, ਪਤਾ ਨਹੀਂ ਗੁਰੂ ਦਾ ਕੀ ਭਾਣਾ ਇਹਦੇ ਵਿੱਚ, ਤੂੰ ਨਹੀਂ ਜਾਣਾ। ਅਖੀਰ ਉਹਨੂੰ ਰਹਿਣਾ ਪਿਆ। ਉਦੋਂ ਲੋਕ ਤੁਰ ਕੇ ਆਉਂਦੇ ਜਾਂਦੇ ਸੀਗੇ, ਕਈ ਲੋਕ ਘਰੇ ਪਹੁੰਚਦੇ ਵੀ ਨਹੀਂ ਸੀਗੇ। ਘਰ ਦੇ ਸਾਹਮਣੇ ਮਰ ਮੁਰ ਗਿਆ ਹੋਣਾ, ਕਿਤੇ ਕੋਈ ਜਾਨਵਰ ਸ਼ੇਰ ਬਘੇਰਾ ਖਾ ਗਿਆ ਹੋਣਾ। ਕਹੋ ਸਤਨਾਮ ਸ੍ਰੀ। ਜਦੋਂ ਨਾ ਪਹੁੰਚਿਆ 6 ਮਹੀਨੇ ਤੇ ਪਿੰਡ ਵਾਲਿਆਂ ਨੇ ਉਡੀਕਿਆ, ਪਰਿਵਾਰ ਨੇ ਉਡੀਕਿਆ, ਅਖੀਰ ਸੋਚ ਲਿਆ ਕਿ ਮਰ ਗਿਆ ਹੋਣਾ ਕਿਤੇ, ਬਈ ਮੁੜਿਆ ਨਹੀਂ ਗਾ। ਪਿੰਡ ਵਾਲਿਆਂ ਨੂੰ ਦਇਆ ਆਈ ਤੇ ਪਿੰਡ ਵਾਲਿਆਂ ਨੇ ਫਿਰ ਟਰਾਲੀ ਲੈ ਕੇ ਪਿੰਡ 'ਚੋਂ ਉਹਨਾਂ ਦੇ ਲਈ ਰਾਸ਼ਨ ਇਕੱਠਾ ਕੀਤਾ। ਕੋ ਸਤਨਾਮ ਰਲ ਕੇ ਸਾਰੇ ਪਿੰਡ ਨੇ ਉਹ ਟਰਾਲੀ ਰਾਸ਼ਨ ਦੀ ਭਰ ਕੇ, ਸਾਲ ਭਰ ਦਾ ਰਾਸ਼ਨ ਇਕੱਠਾ ਕਰਕੇ ਉਹਨਾਂ ਦੇ ਘਰੇ ਸਿੱਟਤਾ। ਕਿੱਥੇ ਉਹ ਦਿਹਾੜੀ ਲੈ ਕੇ ਆਉਂਦਾ ਸੀਗਾ, ਰੋਜ਼ ਕਦੇ ਰੋਟੀ ਖਾਂਦੇ, ਕਦੇ ਨਾ ਵੀ ਪੱਕਦੀ, ਕਦੇ ਪੱਕ ਜਾਂਦੀ। ਸਾਲ ਭਰ ਦਾ ਰਾਸ਼ਨ ਸਿੱਟਤਾ। ਚਲੋ ਬੱਚਿਆਂ ਨੂੰ ਸੌਖੀ ਰੋਟੀ ਮਿਲਣ ਲੱਗੀ, ਪ੍ਰਸ਼ਾਦਾ ਪਾਣੀ ਛਕਣ ਲੱਗੇ। 6 ਮਹੀਨੇ ਪੂਰੇ ਹੋਏ। ਉਹ ਸਿੱਖ ਕਹਿਣ ਲੱਗਿਆ ਭਰਾਵਾ ਹੁਣ ਤਾਂ ਜਾਣ ਦੇ, ਮੈਨੂੰ ਪਤਾ ਨਹੀਂ ਮੇਰੇ ਜਵਾਕਾਂ ਦਾ ਕੀ ਬਣਿਆ ਹੋ, ਮੈਂ ਜਾਵਾਂ ਘਰੇ। ਕਹਿੰਦੇ ਜਾ ਭਾਈ, ਟਾਈਮ ਪੂਰਾ ਹੋ ਗਿਆ, 6 ਮਹੀਨੇ ਹੋ ਗਏ, ਜਾ ਹੁਣ। ਜਦੋਂ ਘਰੇ ਵੜਿਆ ਨਾ ਤੇ ਅੱਗੋਂ ਜਵਾਕ ਦੇਖ ਕਹਿੰਦੇ ਬੇਬੇ ਬਾਪੂ ਫੇਰ ਆ ਗਿਆ, ਹੁਣ ਫਿਰ ਭੁੱਖੇ ਮਰਾਂਗੇ। ਕਹੋ ਸਤਨਾਮ ਸ੍ਰੀ। ਕਿਉਂ ਵੀ ਹੁਣ ਪਿੰਡ ਵਾਲੇ ਨੇ ਕਿੱਥੋਂ ਦੇਣਾ, ਅਗਲਾ ਮਾਲਕ ਆ ਗਿਆ, ਆਪੇ ਕਮਾਊਗਾ ਖਵਾਊਗਾ। ਕਹਿੰਦੇ ਬੇਬੇ ਬਾਪੂ ਫੇਰ ਆ ਗਿਆ, ਭੁੱਖੇ ਮਰਾਂਗੇ। ਉਹ ਹੈਰਾਨ ਹੋ ਗਿਆ ਵੀ ਮੇਰੇ ਤੋਂ ਬਾਅਦ ਨਹੀਂ ਭੁੱਖੇ ਮਰੇ। ਜਦ ਘਰੇ ਜਾ ਕੇ ਪੁੱਛਿਆ ਵੀ ਗੱਲ ਕੀ ਹੋਈ, ਕਹਿੰਦੇ ਜਦ ਤੂੰ ਮੁੜਿਆ ਨਹੀਂ 6 ਮਹੀਨੇ, ਪਿੰਡ ਵਾਲਿਆਂ ਨੇ ਸਾਲ ਭਰ ਦਾ ਰਾਸ਼ਨ ਇਕੱਠਾ ਕਰਕੇ ਦੇਤਾ ਸਾਨੂੰ, ਅਸੀਂ ਤਾਂ ਰੱਜ ਕੇ ਖਾਂਦੇ ਸੀ, ਤੂੰ ਜਾ ਇੱਥੋਂ। ਕਹਿੰਦਾ ਮੈਂ ਜਾਂਦਾ ਤਾਂ ਨਹੀਂ, ਪਰ ਚਲੋ ਕੋਈ ਗੱਲ ਨਹੀਂ। ਇਹ ਗੁਰੂ ਸਾਹਿਬ ਨੇ ਇੱਕ ਸਮਝਾਉਣ ਵਾਸਤੇ ਉਦਾਹਰਨ ਬਣਾਈ ਸਾਡੇ ਵਾਸਤੇ, ਪ੍ਰੈਕਟੀਕਲ ਦੇ ਰੂਪ ਦੇ ਵਿੱਚ। ਪ੍ਰੀਤਮ ਜੀ ਕਹਿੰਦੇ ਜਿਨ੍ਹਾਂ ਦੇ ਉੱਤੇ ਪਰਮੇਸ਼ਰ ਦੀ ਬਖਸ਼ਿਸ਼ ਹੁੰਦੀ ਹੈ, ਗੁਰੂ ਵੀ ਉਹਨਾਂ ਤੇ ਕਿਰਪਾ ਕਰਦਾ। ਸ਼ਰਨ ਪਏ ਪ੍ਰਭ ਆਪਣੇ, ਗੁਰ ਹੋਆ ਕਿਰਪਾਲ, ਸਤਿਗੁਰ ਕਹੇ ਉਪਦੇਸ਼ਿਆ, ਬਿਨਸੇ ਸਰਬ ਜੰਜਾਲ, ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ। ਗੁਰੂ ਨੇ ਫਿਰ ਸਿੱਖ ਨੂੰ ਗਿਆਨ ਦੇ ਕੇ ਸਮਝਾਤਾ ਕਿ ਪਾਲਣ ਵਾਲਾ ਪਰਮੇਸ਼ਰ ਹੈ। ਜਿਵੇਂ ਬੀਬੀ ਰਜਨੀ ਦੀ ਕਹਾਣੀ ਆਪ ਜਾਣਦੇ ਹੋ, ਦੂਜੀਆਂ ਭੈਣਾਂ ਦਾ ਖਿਆਲ ਸੀ ਕਿ ਸਾਡਾ ਬਾਪੂ ਪਾਲਦਾ ਹੈ, ਪਰ ਰਜਨੀ ਸਤਸੰਗਣ ਸੀ, ਨਾਨਕੇ ਘਰ ਰਹਿ ਕੇ ਆਈ ਸੀ ਤੇ ਨਾਨਕੇ ਰਹਿਣ ਕਰਕੇ ਉਹਨੂੰ ਸਿੱਖਿਆ ਮਿਲੀ ਸੀ ਕਿ ਪਾਲਣ ਵਾਲਾ ਪਰਮੇਸ਼ਰ ਹੈ। ਭਾਵੇਂ ਕਿ ਦੁਨੀ ਚੰਦ ਨੇ, ਰਜਨੀ ਦੇ ਬਾਪ ਨੇ, ਰਜਨੀ ਨੂੰ ਕੋਹੜੀ ਨਾਲ ਵਿਆਹ ਦਿੱਤਾ, ਪਿੰਗਲੇ ਨਾਲ ਵਿਆਹ ਦਿੱਤਾ, ਪਰ ਅੱਗੇ ਚੱਲ ਕੇ ਪਰਮੇਸ਼ਰ ਦੀ ਨੇਤ ਐਸੀ ਵਰਤੀ ਕਿ ਰਜਨੀ ਅਮੀਰ ਹੋ ਗਈ, ਰਜਨੀ ਦਾ ਕੋਹੜੀ ਠੀਕ ਹੋ ਗਿਆ ਤੇ ਉਹਦਾ ਪਿਤਾ ਜਿਹੜਾ ਹੈ ਉਹ ਕੰਗਾਲ ਹੋ ਗਿਆ। ਕੋ ਸਤਨਾਮ ਸ੍ਰੀ। ਪ੍ਰੀਤਮ ਜੀ ਕਹਿੰਦੇ ਬਖਸ਼ਿਸ਼ ਕਰਦੇ ਹਨ ਅੱਗੇ ਕਿ ਅਸਲ ਦੇ ਵਿੱਚ ਪਰਮੇਸ਼ਰ ਸਭ ਦਾ ਖਿਆਲ ਰੱਖਦਾ ਹੈ, ਜਿਹੜੇ ਨਾਮ ਜਪਦੇ ਹੈ ਉਹਨਾਂ ਦਾ ਵੀ ਰੱਖਦਾ ਹੈ। ਹਰ ਜੁਗ ਜੁਗ ਭਗਤੋਂ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਭਗਤ ਕਬੀਰ ਸਾਹਿਬ ਜੀ ਦੀ ਸਾਖੀ, ਭਗਤ ਨਾਮਦੇਵ ਜੀ ਦੀ ਸਾਖੀ, ਗੁਰੂ ਪਿਆਰਿਓ ਭਗਤ ਧੰਨਾ ਜੀ, ਉਹਨਾਂ ਭਗਤਾਂ ਦੀਆਂ ਉਦਾਹਰਨਾਂ ਸੁਣ ਲਓ, ਕਿਸ ਤਰ੍ਹਾਂ ਪਰਮੇਸ਼ਰ ਨੇ ਆਪਣੇ ਭਗਤਾਂ ਦੇ ਸਿੱਖਾਂ ਦੇ ਕਾਰਜ ਕੀਤੇ। ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਸਤਿਗੁਰ ਕਹੇ ਉਪਦੇਸ਼ਿਆ, ਬਿਨਸੇ ਸਰਬ ਜੰਜਾਲ, ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ। ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦਾ ਨਾਮ ਵਸ ਗਿਆ, ਉਹਨਾਂ ਤੇ ਗੁਰੂ ਦੀ ਕਿਰਪਾ ਦ੍ਰਿਸ਼ਟੀ ਵੀ ਹੋ ਗਈ।
ਗੁਰੂ ਨੇ ਨਦਰੀ ਨਜ਼ਰ ਨਿਹਾਲ ਕਰ ਦਿੱਤਾ ਉਹਨਾਂ ਸਿੱਖਾਂ ਨੂੰ ਜਿਨ੍ਹਾਂ ਨੇ ਪਰਮੇਸ਼ਰ ਨੂੰ ਮੰਨਣਾ ਕੀਤਾ। ਤਾਂ ਤੇ ਰਹਾਉ ਦੀ ਪੰਕਤੀ ਹੁੰਦੀ ਹੈ ਜਿਹੜੀ ਸ਼ਬਦ ਦਾ ਮੇਨ ਭਾਵ ਹੁੰਦਾ ਹੈ, ਸਾਰਾ ਸ਼ਬਦ ਉਹਦੇ ਦੁਆਲੇ ਹੀ ਰਚਿਆ ਹੁੰਦਾ ਹੈ। ਰਹਾਉ ਦੀ ਪੰਕਤੀ ਵਿੱਚ ਪਾਤਸ਼ਾਹ ਫਿਰ ਸਾਨੂੰ ਉਪਦੇਸ਼ ਕਰਦੇ ਹਨ, ਮੇਰੇ ਮਨ ਮੇਰੇ। ਹੁਣ ਜਦ ਮਨ ਮੇਰੇ ਕਹਾਂਗੇ ਤਾਂ ਮੈਂ ਮੈਨੂੰ ਕਹੂੰਗਾ, ਤੁਸੀਂ ਆਪਣੇ ਆਪ ਨੂੰ ਕਹੋ, ਕੋ ਸਤਨਾਮ ਸ੍ਰੀ। ਤਾਂ ਗੁਰੂ ਸਾਹਿਬ ਨੇ ਬਾਣੀ ਇਸ ਢੰਗ ਦੇ ਨਾਲ ਰਚੀ ਹੈ ਕਿ ਜਿਹੜਾ ਵੀ ਬਾਣੀ ਨੂੰ ਸੁਣੇਗਾ, ਉਚਾਰੇਗਾ, ਪੜ੍ਹੇਗਾ, ਵਿਚਾਰੇਗਾ, ਇਹ ਬਾਣੀ ਉਸੇ ਨੂੰ ਹੀ ਗਿਆਨ ਦੇਵੇਗੀ। ਕੋ ਸਤਨਾਮ ਸ੍ਰੀ। ਉੱਥੇ ਕਿਸੇ ਖਾਸ ਮਨੁੱਖ ਨੂੰ ਨਹੀਂ ਸੰਬੋਧਨ ਕੀਤਾ, ਮਨ ਨੂੰ ਸੰਬੋਧਨ ਕੀਤਾ ਹੈ। ਤੇ ਮਨ ਆਪਣੇ ਸਾਰਿਆਂ ਕੋਲੇ ਆ ਤੇ ਸਾਰਿਆਂ ਦੇ ਮਨ ਨੂੰ ਸੰਬੋਧਨ ਹੈ। ਮੇਰੇ ਪ੍ਰੀਤਮ ਜੀ ਕਹਿੰਦੇ, ਮਨ ਮੇਰੇ ਸਤਿਗੁਰ ਸੇਵਾ ਸਾਰ। ਅਸਲ ਦੇ ਵਿੱਚ ਗੁਰੂ ਦੀ ਸੇਵਾ ਹੀ ਸਾਡੇ ਜੀਵਨ ਦਾ ਸਾਰ ਹੈ, ਤੱਤ ਹੈ, ਨਿਚੋੜ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੈ ਚਿਤ ਲਾਏ। ਮਨ ਚਿੰਦਿਆ ਫਲ ਪਾਵਨਾ, ਹਉਮੈ ਪਿਛੋ ਜਾਏ। ਮੇਰੇ ਪ੍ਰੀਤਮ ਜੀ ਕਹਿੰਦੇ, ਸਿੱਖਾ ਮਨ ਮੇਰੇ ਸਤਿਗੁਰ ਸੇਵਾ ਸਾਰ। ਕਰੇ ਦਇਆ ਪ੍ਰਭ ਆਪਣੀ। ਤੂੰ ਸੇਵਾ ਸਿਮਰਨ ਕਰੀ ਚੱਲ, ਦਇਆ ਪਰਮੇਸ਼ਰ ਕਰੂਗਾ। ਪਰ ਸ਼ਰਤ ਹੈ, ਇੱਕ ਨਿਮਖ ਨਾ ਮਨੋ ਵਿਸਾਰ। ਤੂੰ ਵੀ ਨਾ ਭੁੱਲੀ, ਉਹ ਵੀ ਨਹੀਂ ਭੁੱਲਦਾਗਾ। ਮਿਹਰਬਾਨ ਸਹਿਬ ਮਿਹਰਬਾਨ, ਸਹਿਬ ਮੇਰਾ ਮਿਹਰਬਾਨ। ਜੀ ਸਗਲ ਕੋ ਦੇ ਦਾਨ, ਤੂੰ ਕਾਹੇ ਡੋਲੇ ਪ੍ਰਾਣੀਆਂ। ਤੁਧ ਰਾਖੇਗਾ ਸਿਰਜਣਹਾਰ। ਜਿਨ ਪੈਦਾਇਸ਼ ਤੂੰ ਕੀਆ, ਸੋਈ ਦੇ ਆਧਾਰ। ਜਿਸਨੇ ਤੈਨੂੰ ਪੈਦਾ ਕੀਤਾ, ਖੁਰਾਕ ਦੇਣ ਵਾਲਾ ਵੀ ਉਹ ਹੈ। ਸੋਈ ਦੇ ਆਧਾਰ। ਕਰ ਬੰਦੇ ਤੂੰ ਬੰਦਗੀ, ਜਿਚਰ ਘਟ ਮੈਂ ਸਾਹੋ। ਗੁਰੂ ਤੇ ਭਰੋਸਾ ਰੱਖ ਕੇ ਜਿੰਨਾ ਚਿਰ ਸਵਾਸ ਚੱਲਦੇ ਆ, ਬੰਦਗੀ ਕਰਦਾ ਰਹਿ, ਬਾਕੀ ਕੰਮ ਉਹਦੇ ਆ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ। ਰਾਮ ਰਾਜੇ ਹਰਨਾਕਸ਼ ਦੁਸ਼ਟਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ। ਮੁਖ ਲਾਇਆ ਜਨ ਨਾਨਕ, ਐਸਾ ਹਰ ਸੇਵੇ ਅੰਤ ਲੈ ਛਡਾਇਆ। ਮੇਰੇ ਪ੍ਰੀਤਮ ਜੀ ਕਹਿੰਦੇ, ਭਲਿਓ ਆਓ ਆਪਾਂ ਉਹਨੂੰ ਹਮੇਸ਼ਾ ਯਾਦ ਰੱਖੀਏ। ਮਨ ਮੇਰੇ ਸਤਿਗੁਰ ਸੇਵਾ ਸਾਰ। ਕਰੇ ਦਇਆ ਪ੍ਰਭ ਆਪਣੀ। ਇੱਕ ਨਿਮਖ ਨ ਮਨੋ ਵਿਸਾਰ ਰਹਾਓ। ਗੁਣ ਗੋਬਿੰਦ ਨਿਤ ਗਾਵੀਐ। ਆਓ ਉਸ ਪਰਮੇਸ਼ਰ ਦੇ ਗੁਣਾਂ ਨੂੰ ਰੋਜ਼ਾਨਾ ਗਾਉਣਾ ਕਰੀਏ। ਅਵਗੁਣ ਕਾਟਣਹਾਰ, ਜਿਹੜਾ ਕਿ ਸਾਡੇ ਔਗੁਣਾਂ ਨੂੰ ਖਤਮ ਕਰਨ ਵਾਲਾ ਹੈ। ਪਰਮੇਸ਼ਰ ਦਾ ਨਾਮ ਸਾਡੇ ਔਗੁਣਾਂ ਨੂੰ ਕੱਟਣ ਵਾਲਾ ਹੈ। ਉਸ ਪਰਮੇਸ਼ਰ ਦੇ ਨਾਮ ਨੂੰ ਗਾਉਣਾ ਕਰੀਏ। ਗੁਣ ਗੋਬਿੰਦ ਨਿਤ ਗਾਵੀਐ, ਅਵਗੁਣ ਕੱਟਣਹਾਰ। ਬਿਨ ਹਰ ਨਾਮ ਨਾ ਸੁੱਖ ਹੋਏ, ਕਾ ਡਿੱਠੇ ਵਿਸਥਾਰ। ਸੰਸਾਰ ਦੇ ਵਿੱਚ ਲੋਕਾਂ ਨੇ ਬੜਾ ਪਸਾਰਾ ਕਰਕੇ ਦੇਖਿਆ, ਪਰ ਉਹਨਾਂ ਨੂੰ ਨਾਮ ਤੋਂ ਬਗੈਰ ਸੁੱਖ ਨਹੀਂ ਮਿਲਿਆ। ਸੰਸਾਰ ਦੇ ਵਿੱਚ ਬੇਅੰਤ ਮਾਇਆ ਵਾਲੇ ਲੋਕ ਜਿਹੜੇ ਸਨ, ਉਹ ਦੁਖੀ ਦੇਖੇ ਗਏ। ਕੋ ਸਤਨਾਮ ਸ੍ਰੀ। ਬੇਅੰਤ ਮਾਇਆ ਵਾਲੇ ਦੁਖੀ ਦੇਖੇ ਗਏ। ਦਿਹਾੜੀ ਕਮਾਉਣ ਵਾਲੇ, ਸਮਾਂ ਲੰਘਾਉਣ ਵਾਲੇ ਸੁਖੀ ਦੇਖੇ ਗਏ। ਆਤਮਿਕ ਸੁੱਖ, ਸੁੱਖ ਦੀ ਨੀਂਦ ਸੌਣਾ, ਨੀਂਦ ਸੌਖੀ ਆਉਣੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਯਾਤਰਾ ਦੌਰਾਨ ਇੱਕ ਨਗਰ ਸ਼ਹਿਰ 'ਚ ਗਏ। ਇੱਕ ਥਾਂ ਬੈਠੇ, ਜਿਵੇਂ ਸੁਭਾਅ ਹੁੰਦਾ ਹੈਗਾ ਦੁਕਾਨਦਾਰਾਂ ਦਾ, ਅਮੀਰ ਲੋਕਾਂ ਦਾ। ਬਾਬਾ ਗਾਂਹ ਚੱਲ, ਸਾਡੇ ਬਾਹਰ 'ਚ ਨਹੀਂ ਬਹਿਣਾਗਾ। ਬਾਜ਼ਾਰ 'ਚ ਕਈ ਥਾਂ ਪਾਤਸ਼ਾਹ ਨੇ ਬੈਠਣ ਦੀ ਕੋਸ਼ਿਸ਼ ਕੀਤੀ। ਦੁਕਾਨਦਾਰ ਨੇ ਕਹਿੰਦਾ, ਬਾਬਾ ਇੱਥੇ ਨਹੀਂ ਬਹਿਣਾ, ਗਾਂਹ ਚੱਲ। ਉਦੋਂ ਲੋਕ ਜਾਣਦੇ ਨਹੀਂ ਸੀ ਕੌਣ ਹੈ ਇਹ। ਕਹੋ ਸਤਨਾਮ ਸ੍ਰੀ। ਪਾਤਸ਼ਾਹ ਜੀ ਸ਼ਹਿਰ 'ਚੋਂ ਬਾਹਰ ਨਿਕਲ ਆਏ। ਮਰਦਾਨੇ ਆ, ਚੱਲ ਫਿਰ ਕਿਤੇ ਬਾਹਰ ਬੈਠਾਂਗੇ ਭਾਈ। ਖੇਤਾਂ ਵੱਲ ਨਿਕਲੇ ਆਏ। ਜਦੋਂ ਸ਼ਹਿਰੋਂ ਬਾਹਰ, ਨਗਰੋਂ ਬਾਹਰ ਆ ਗਏ, ਸਾਹਮਣੇ ਇੱਕ ਝੌਂਪੜੀ ਆ। ਮਰਦਾਨੇ ਨੂੰ ਕਹਿੰਦੇ, ਮਰਦਾਨਿਆ ਵੇਖ ਕੇ ਉਹ 'ਚ ਬੰਦਾ ਹੈ ਕੋਈ ਤਾਂ ਉਹਦੇ ਕੋਲ ਹੀ ਰਾਤ ਕੱਟ ਲਈਏ। ਮਰਦਾਨਾ ਗਿਆ, ਇੱਕ ਬੰਦਾ ਬੈਠਾ ਵਿੱਚ, ਪਰ ਬਿਲਕ ਰਿਹਾ ਕੋਹੜੀ। ਮਰਦਾਨਾ ਕਹਿੰਦਾ, ਭਾਈ ਸਾਹਿਬ ਤੁਹਾਡੇ ਕੋਲੇ ਰਾਤ ਕੱਟ ਲਈਏ? ਕਹਿੰਦੇ, ਰਾਤ? ਮੇਰੇ ਕੋਲੇ ਕੀ ਰਾਤ ਕੱਟੋਗੇ? ਮੈਂ ਬਿਲਕੀ ਜਾਣਾ, ਮੇਰੇ ਕਰਕੇ ਤੁਹਾਨੂੰ ਨੀਂਦ ਨਹੀਂ ਆਉਣੀ। ਇੱਥੇ ਤਾਂ ਜਾਨਵਰ ਪਸ਼ੂ ਪੰਛੀ ਨਹੀਂ ਖੜਦੇ, ਤੁਸੀਂ ਕੀ ਕਰੋਗੇ? ਕਹਿੰਦੇ, ਚੱਲ ਤੂੰ ਆਗਿਆ ਦੇ ਦੇ, ਅਸੀਂ ਇੱਥੇ ਰਾਤ ਕੱਟਣੀ ਹੈ। ਬਾਬਾ ਨੇ ਕਹਿੰਦੇ, ਚਲੋ। ਪਾਤਸ਼ਾਹ ਕੋਲੇ ਜਾ ਕੇ ਬੈਠ ਗਏ। ਹੁਣ ਉਹ ਕੋਹੜੀ ਕਰਾ ਰਿਹਾ ਸੀਗਾ, ਬਿਲਕ ਰਿਹਾ ਸੀਗਾ। ਸਰੀਰ ਤੇ ਜ਼ਖਮ ਸੀ, ਪਾਣੀ ਝਾਰਾ ਵਗਦਾ ਸੀ।
ਔਰ ਗੁਰੂ ਪਿਆਰਿਓ, ਪਾਤਸ਼ਾਹ ਜੀ ਉੱਥੇ ਜਾ ਕੇ ਬੈਠੇ, ਉਹਦੀ ਹਾਲਤ ਵੇਖੀ। ਅਸਲ ਦੇ ਵਿੱਚ ਤਾਂ ਪਾਤਸ਼ਾਹ ਕਿਤੇ ਹੀ ਰਾਤ ਕੱਟ ਲੈਂਦੇ, ਤਾਂ ਉਹਨੂੰ ਤਾਰਨਾ ਸੀਗਾ, ਕੋਈ ਸਤਨਾਮ ਬਹਾਨਾ ਸੀਗਾ। ਜਦ ਉਹਦੇ ਕੋਲ ਜਾ ਕੇ ਬੈਠੇ ਤੇ ਉਹਦਾ ਕਰਾਉਣਾ ਸੁਣਿਆ, ਉਹਦਾ ਰੋਣਾ ਸੁਣਿਆ, ਬਿਲਕਣਾ ਸੁਣਿਆ। ਭਾਈ ਮਰਦਾਨਾ ਜੀ ਨੂੰ ਕਹਿੰਦੇ, ਮਰਦਾਨਿਆ ਰਬਾਬ ਵਜਾ। ਮਰਦਾਨਾ ਜੀ ਨੇ ਰਬਾਬ ਲਾਈ, ਮੋਢੇ ਵਜਾਉਣੀ ਸ਼ੁਰੂ ਕੀਤੀ ਔਰ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ, ਜੈ ਤਨ ਬਾਣੀ ਬਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਜਦੋਂ ਇਹ ਸ਼ਬਦ ਉਚਾਰਨਾ ਸ਼ੁਰੂ ਕੀਤਾ ਤੇ ਉਸ ਕੋਹੜੀ ਦਾ ਧਿਆਨ ਸ਼ਬਦ ਵੱਲ ਲੱਗਿਆ ਤੇ ਉਹਨੂੰ ਦਰਦ ਭੁੱਲ ਗਿਆ, ਪੀੜ ਹੋਣੋਂ ਹਟ ਗਈ। ਪੂਰਾ ਸ਼ਬਦ ਸਤਿਗੁਰ ਨੇ ਉਚਾਰਿਆ, ਜੈ ਤਨ ਬਾਣੀ ਬਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਬਹੁਤਾ ਬੋਲਣ ਝੱਖਣ ਹੋਏ, ਬਿਨ ਬੋਲੇ ਜਾਣੈ ਸਭ ਛੋਏ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ। ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਜਦੋਂ ਇਹ ਪੂਰਾ ਸ਼ਬਦ ਪਾਤਸ਼ਾਹ ਨੇ ਉਚਾਰਨ ਕਰ ਲਿਆ, 10 ਮਿੰਟ ਲੱਗੇ, 15 ਮਿੰਟ ਲੱਗੇ ਤੇ ਬੰਦ ਕਰਤਾ। ਕੋਹੜੀ ਕਹਿੰਦਾ, ਜੀ ਕੀ ਗਾ ਰਹੇ ਸੀ ਤੁਸੀਂ, ਦੁਬਾਰਾ ਗਾਓ। ਪਾਤਸ਼ਾਹ ਕਹਿੰਦੇ, ਕਿਉਂ, ਕੀ ਗੱਲ? ਕਹਿੰਦੇ, ਜੀ ਕੁਝ ਸ਼ਾਂਤੀ ਆਈ ਮੈਨੂੰ, ਕੋਈ ਸਤਨਾਮ ਸੀ, ਮੈਨੂੰ ਸੁੱਖ ਮਿਲਿਆ ਮਹਾਰਾਜ, ਦਰਦ ਹਟ ਗਿਆ ਸੀਗਾ ਮੇਰਾ। ਕਹਿੰਦੇ, ਪਹਿਲਾਂ ਨਹੀਂ ਕਦੇ ਗਾਈ? ਕਹਿੰਦੇ, ਨਾ ਮਹਾਰਾਜ। ਕਹਿੰਦੇ, ਆਹ ਹਾਲਤ ਕਿਉਂ ਹੋਈ ਤੇਰੀ? ਕਹਿੰਦੇ, ਜੀ ਅਮੀਰ ਘਰ ਦਾ ਪੁੱਤਰ ਸੀ, ਖਾਣ ਪੀਣ ਨੂੰ ਘਰੇ ਖੁੱਲ੍ਹਾ ਸੀਗਾ, ਨਸ਼ੇ ਖਾਧੇ, ਸ਼ਰਾਬਾਂ ਪੀਤੀਆਂ, ਮਾਸ ਖਾਧੇ, ਤੇ ਆਹ ਜਿਹੜੀ ਮੇਰੀ ਹਾਲਤ ਹੋ ਗਈ, ਕੋੜ ਫੈਲ ਗਿਆ ਮੇਰੇ। ਕੋਈ ਸਤਨਾਮ ਸ੍ਰੀ। ਫਿਰ ਹੁਣ ਕੀ ਹਾਲ ਹੈ? ਹੁਣ ਕਾਹਦਾ ਹਾਲ ਹੈ? ਕਰਦੇ ਸਾਨੂੰ ਕਿਤੇ ਕੋੜ ਨਾ ਹੋ ਜਾਵੇ, ਜਿਵੇਂ ਆ ਕਰੋਨਾ ਵੇਲੇ ਹੋਇਆ। ਆਪਦੇ ਸਕਿਆਂ ਦੇ ਸੰਸਕਾਰ ਵੀ ਨਹੀਂ ਕੀਤੇ ਚੱਕ ਕੇ ਆਪ। ਕੋਈ ਸਤਨਾਮ ਸ੍ਰੀ। ਘਰ ਦੇ ਛੱਡ ਕੇ ਖੇਤਾਂ ਵਿੱਚ ਝੌਂਪੜੀ ਪਾ ਕੇ ਆਹ ਮਿੱਟੀ ਦੇ ਭਾਂਡੇ ਪਏ ਨਾ, ਔਰ ਮੈਨੂੰ ਘਰੇ ਨਹੀਂ ਲੈ ਕੇ ਜਾਂਦੇ ਵੀ ਤੇਰੇ ਆ ਪਾਣੀ ਜਾਂ ਲਾ ਕੇ ਸਾਡੇ ਕੋਲ ਹੋ ਜਾਊਗਾ। ਕਹੋ ਸਤਨਾਮ ਸ੍ਰੀ। ਤੇ ਇੱਥੇ ਆ ਮਿੱਟੀ ਦੇ ਭਾਂਡਿਆਂ ਵਿੱਚ ਘਚਲ ਕੇ ਧੋ ਕੇ ਮਾੜਾ ਮੋਟਾ ਜਿਹਾ ਰੋਟੀ ਪਾ ਜਾਂਦੀ ਆ, ਖਾ ਲੈਂਦਾ। ਤੇ ਪਾਤਸ਼ਾਹ ਕਹਿੰਦੇ, ਜੇ ਤੂੰ ਪਹਿਲਾਂ ਰੱਬ ਨੂੰ ਮੰਨਿਆ ਹੁੰਦਾ, ਪਰਮੇਸ਼ਰ ਨੂੰ ਜਾਣਿਆ ਹੁੰਦਾ, ਨਸ਼ਿਆਂ ਤੋਂ ਆਪਣੇ ਆਪ ਨੂੰ ਬਚਾਇਆ ਹੁੰਦਾ, ਤੇ ਤੇਰੀ ਆ ਹਾਲਤ ਨਾ ਹੁੰਦੀ। ਕਹੋ ਸਤਨਾਮ ਸ੍ਰੀ। ਕਹਿੰਦੇ ਪ੍ਰੀਤਮ ਨੇ ਕਿਰਪਾ ਕੀਤੀ, ਫਿਰ ਉਸ ਦੇ ਉੱਤੇ ਉਹਦਾ ਕੋਹ ਠੀਕ ਕਰ ਦਿੱਤਾ, ਨੌ ਬਰਨੌ ਕਰ ਦਿੱਤਾ। ਉਹ ਨੌਜਵਾਨ ਤੜਕੇ ਨੂੰ ਨਗਰ ਵਿੱਚ ਗੱਲ ਫੈਲ ਗਈ, ਘੁੰਮ ਗਈ ਵੀ ਉਹ ਫਲਾਨਿਆਂ ਦਾ ਮੁੰਡਾ ਜਿਹੜਾ ਕੋਹੜੀ ਬੈਠਾ ਝੌਂਪੜੀ ਵਿੱਚ, ਕਸਾਦ ਆਇਆ, ਉਹਨੇ ਠੀਕ ਕਰ ਦਿੱਤਾ। ਹੁਣ ਠੀਕ ਹੋ ਗਿਆ ਨਾ, ਹੁਣ ਕਮਾਉਣ ਜੋਗਾ ਹੋ ਗਿਆ। ਤੇ ਹੁਣ ਮਾਂ ਪਿਓ ਚੱਲ ਪੁੱਤ ਘਰੇ ਚੱਲੀਏ। ਕਹਿੰਦਾ, ਉਹੀ ਪੁੱਤ ਆ ਜਿਹਨੂੰ ਕੋਹੜ ਕਰਕੇ ਇੱਥੇ ਛੱਡ ਗਏ ਸੀ, ਹੁਣ ਘਰੇ ਚੱਲੀਏ। ਮੈਂ ਨਹੀਂ ਜਾਂਦਾਗਾ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ 'ਤੇ ਕਿਰਪਾ ਕੀਤੀ, ਉਹ ਸਿੱਧੇ ਰਸਤੇ ਪਾਇਆ। ਅਸਲ ਵਿੱਚ ਪਾਤਸ਼ਾਹ ਜੀ ਨੇ ਸੰਸਾਰ ਨੂੰ ਸਮਝਾਉਣ ਵਾਸਤੇ ਅਨੇਕਾਂ ਥਾਵਾਂ 'ਤੇ ਬੇਅੰਤ ਕੌਤਕ ਕੀਤੇ। ਤਾਂ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਹਨ ਅੱਜ ਦੇ ਸ਼ਬਦ ਵਿੱਚ ਵੀ, ਕਰੇ ਦਇਆ ਪ੍ਰਭ ਆਪਣੀ, ਇੱਕ ਨਿਮਖ ਨ ਮਨੋ ਵਿਸਾਰ ਰਹਾਓ। ਗੁਣ ਗੋਬਿੰਦ ਨਿਤ ਗਾਵੀਐ, ਅਵਗੁਣ ਕੱਟਣ ਹਾਰ। ਸ਼ਬਦ ਦੇ ਵਿੱਚ ਪਾਵਰ ਹੈ ਗੁਰੂ ਪਿਆਰਿਓ, ਤਾਕਤ ਹੈ। ਇਹ ਸ਼ਬਦ ਸਾਡੀਆਂ ਬਿਮਾਰੀਆਂ ਨੂੰ ਕੱਟਦਾ ਹੈ, ਕਿਉਂਕਿ ਸਾਨੂੰ ਸ਼ਬਦ ਨੇ ਬਣਾਇਆ। ਆਪਾਂ ਸ਼ਬਦ ਵਿੱਚੋਂ ਨਿਕਲੇ ਹਾਂ। ਸ਼ਬਦੇ ਧਰਤੀ, ਸ਼ਬਦੇ ਆਕਾਸ਼, ਸ਼ਬਦ ਸ਼ਬਦ ਭਇਆ ਪ੍ਰਕਾਸ਼। ਸਗਲ ਸਮੱਗਰੀ ਸ਼ਬਦ ਕੇ ਪਾਛੈ, ਨਾਨਕ ਸ਼ਬਦ ਘਟੈ ਘਟਿ ਆਛੈ। ਸ਼ਬਦ ਕੋ ਚੀਨ ਭਾਈ, ਸ਼ਬਦ ਕੋ ਖੋਜ ਭਾਈ। ਇਹ ਪਰਮੇਸ਼ਰ ਦਾ ਸੂਖਮ ਰੂਪ ਹੈ, ਤੇ ਗੁਰੂ ਜਿਹੜਾ ਅਸਥੂਲ ਰੂਪ ਹੈ ਸਾਡਾ। ਕਹੋ ਸਤਨਾਮ ਸ੍ਰੀ। ਪਰਮੇਸ਼ਰ ਦਾ ਸਤਿਗੁਰ ਪਾਤਸ਼ਾਹ ਕਹਿੰਦੇ, ਆਓ ਹਰੀ ਦੇ ਨਾਮ ਨਾਲ ਜੁੜੀਏ। ਬਿਨ ਹਰ ਨਾਮ ਨਾ ਸੁੱਖ ਹੋਏ, ਕੱਲ ਡਿੱਠੇ ਵਿਸਥਾਰ। ਲੋਕਾਂ ਨੇ ਸਹੂਲਤਾਂ ਬੜੀਆਂ ਪੈਦਾ ਕੀਤੀਆਂ, ਝੌਂਪੜੀ ਤੋਂ ਘਰ ਬਣਾਇਆ, ਘਰ ਤੋਂ ਸਮਾਂ ਆਇਆ, ਕੋਠੀ ਬਣ ਗਈ, ਬੰਗਲਾ ਬਣ ਗਿਆ, ਏਸੀ ਲਾ ਲਏ, ਹੀਟਰ ਲਾ ਲਏ, ਕੁਦਰਤ ਦੇ ਐਂਟੀ ਚੱਲਣ ਵਾਸਤੇ। ਵੀ ਠੰਡ ਹੋਊਗੀ ਆਪਾਂ ਹੀਟਰ ਲਾ ਲਓ, ਗਰਮੀ ਆਊਗੀ ਏਸੀ ਲਾ ਲਓ, ਪਰ ਆਤਮਿਕ ਸੁੱਖ ਫੇਰ ਵੀ ਨਹੀਂ ਮਿਲਿਆ। ਕਹੋ ਸਤਨਾਮ ਸ੍ਰੀ। ਏਸੀ ਦੇ ਵਿੱਚ ਵੀ ਤਪਦੇ ਆ ਕਈ ਬੈਠੇ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ, ਬਿਨ ਹਰ ਨਾਮ ਨਾ ਸੁੱਖ ਹੋਏ, ਕੱਲ ਡਿੱਠੇ ਵਿਸਥਾਰ। ਸਹਿਜੇ ਸਿਫਤੀ ਰਤਿਆ,
ਭਵਜਲ ਉਤਰੈ ਪਾਰ, ਜਿਨ੍ਹਾਂ ਨੇ ਸਹਿਜੇ ਹੀ ਜੀਵਨ ਬਤੀਤ ਕਰਦਿਆਂ ਹੋਇਆਂ ਪਰਮੇਸ਼ਰ ਦੀ ਸਿਫਤ ਕੀਤੀ, ਉਹ ਸੰਸਾਰ ਸਮੁੰਦਰ ਚੋਂ ਭਵ ਜਲ, ਭਵ ਜਲ, ਜਲ ਦਾ ਮਤਲਬ ਹੈ ਪਾਣੀ। ਕਿਹੜਾ ਪਾਣੀ ਹੈ? ਡਰਾਂ ਦਾ। ਆਪਾਂ ਡਰੀ ਜਾਂਦੇ ਆ ਇਹ ਨਾ ਹੋ ਗਏ, ਇਹ ਨਾ ਹੋ ਜੇ। ਇਹ ਹੈ ਭਵ ਸਾਗਰ। ਕਹੋ ਸਤਨਾਮ ਸ੍ਰੀ। ਇਹਨਾਂ ਡਰਾਂ ਦੇ ਵਿੱਚੋਂ ਕੱਢਦਾ ਹੈ ਗੁਰੂ ਦਾ ਸ਼ਬਦ। ਜਿਵੇਂ ਸਮੁੰਦਰ ਹੁੰਦਾ, ਉਹਨੂੰ ਪਾਰ ਕਰਨਾ, ਪਾਣੀ ਦਾ ਭਰਿਆ ਸਮੁੰਦਰ ਪਾਰ ਕਰਨਾ ਔਖਾ ਹੈ। ਡਰੀ ਜਾਂਦਾ ਬੰਦਾ, ਜਿਹੜਾ ਤੈਰ ਨਹੀਂ ਜਾਣਦਾ, ਡੁੱਬ ਜਾਵਾਂਗੇ ਜਦ ਮਰ ਜਾਵਾਂਗੇ। ਇਸੇ ਤਰ੍ਹਾਂ ਜੀਵਨ ਜਿਹੜਾ ਇੱਕ ਭਵ ਸਾਗਰ ਬਣ ਗਿਆ। ਕਹੋ ਸਤਨਾਮ ਸ੍ਰੀ। ਭਵ ਜਲ, ਜਲ ਦਾ ਮਤਲਬ ਬਹੁਤ ਸਾਰੇ ਦੁੱਖ। ਕਿਹੜੇ? ਡਰ ਰੂਪੀ। ਇਹ ਡਰ ਰੂਪੀ ਪਾਣੀ 'ਚ ਫਸ ਗਏ ਆਪਾਂ। ਤਿਤ ਸਰਵਰਣੈ ਭਈ ਲੈ ਨਿਵਾਸਾ, ਹਮ ਦੇਖਾ ਤਹ ਡੂਬੀ ਅਲੇ ਮਨ, ਏਕ ਨ ਚੇਤਸ ਮੂੜ ਮਣਾ, ਹਰ ਬਿਸਰ ਤੇਰੇ ਗੁਣ ਗਲਿਆ ਰਹਾਓ। ਮੈਂ ਸੰਸਾਰ ਨੂੰ ਦੇਖ ਰਿਹਾ। ਤਿਤ ਸਰਵਰਣੈ, ਸੰਸਾਰ ਸਮੁੰਦਰ ਵਿੱਚ ਜੀਵ ਉਤਰਿਆ। ਭਈ ਲੈ ਨਿਵਾਸਾ ਉਤਰਿਆ। ਤੇ ਇੱਕ ਤਾਂ ਉਹ ਹੈ ਦਰਿਆ ਪਾਣੀ ਦਾ, ਇੱਕ ਇਹ ਹੈ ਦਰਿਆ। ਇਸ ਦਰਿਆ ਵਿੱਚ ਜਿਹੜੇ ਪਾਣੀ ਹੈ ਉਹ ਅੱਗ ਦਾ ਹੈ, ਆਸ਼ਾ ਤ੍ਰਿਸ਼ਨਾ ਦਾ। ਆਸਾ ਮਹੱਲਾ ਪਹਿਲਾ। ਤਿਤ ਸਰਵਰਣੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪਾਣੀ ਜਿਹੜਾ ਇੱਥੇ ਅੱਗ ਦਾ ਹੈ। ਆਸ਼ਾ ਤ੍ਰਿਸ਼ਨਾ, ਦੁਈ ਦਵੈਰ, ਚੁਗਲੀ, ਨਿੰਦਿਆ, ਸਾੜਾ, ਕੰਗਾਲੀ, ਗਰੀਬੀ, ਬਹੁਤ ਕੁਝ। ਔਰ ਪਾਣੀ ਪਾਵਕ ਤਿਨਹਿ ਕੀਆ, ਮੋਹ ਪੰਕ। ਹੁਣ ਪਾਣੀ ਥੱਲੇ ਜਿਹੜਾ ਹੁੰਦਾ ਚੱਕੜ ਗਾਰ ਹੁੰਦਾ, ਗਾਰ ਵਿੱਚ ਪੈਰ ਫਸ ਜਾਂਦੇ ਆ ਬੰਦੇ ਦੇ। ਤੇ ਇਹਦੇ ਵਿੱਚ ਜਿਹੜੀ ਗਾਰ ਹੈ ਉਹ ਮੋਹ ਦੀ ਹੈ, ਤੇ ਆਪਣੇ ਪੈਰ ਜਵਾਕਾਂ ਦੇ, ਧੀਆਂ ਪੁੱਤਰਾਂ ਦੇ, ਸਾਕ ਸੰਬੰਧੀਆਂ ਦੇ ਮੋਹ 'ਚ ਫਸੇ ਹੋਏ ਆ। ਨਿਕਲਣਾ ਮੁਸ਼ਕਲ ਹੋਇਆ ਪਿਆ। ਕਹੋ ਸਤਨਾਮ ਸ੍ਰੀ। ਮੋਹ ਪੰਕ, ਮੋਹ ਰੂਪੀ ਚੱਕੜ। ਜੇ ਪੰਕ 'ਚ ਕਹਿ ਦੋਗੇ ਫਿਰ ਕਮਲ ਦਾ ਫੁੱਲ ਬਣੂ। ਜੱਜਾ ਅਲੱਗ ਹੈ ਦੋਨਾਂ ਤੋਂ। ਮੋਹ ਪੰਕ ਜੋ ਹਮ ਦੇਖਾ ਤਹ ਡੂਬੀ ਅਲੇ, ਮੈਂ ਦੇਖ ਰਿਹਾ ਦੁਨੀਆ ਡੁੱਬਦੀ ਜਾ ਰਹੀ ਹੈ। ਕਾਰਨ ਮਨ ਏਕ ਨ ਚੇਤ ਸਮੂੜ ਮਨਾ, ਮਾਲਕ ਨੂੰ ਨਾ ਮੰਨਣ ਕਰਕੇ। ਪ੍ਰੀਤਮ ਜੀ ਕਹਿੰਦੇ, ਬਿਨ ਹਰ ਨਾਮ ਨ ਸੁਖ ਹੋਏ, ਕੱਲ ਡਿੱਠੇ ਵਿਸਥਾਰ, ਸਹਿਜੇ ਸਿਫਤੀ ਰਤਿਆ, ਭਵਜਲ ਉਤਰੇ ਪਾਰ, ਤੀਰਥ ਵਰਤ ਲੱਖ ਸੰਜਮਾ, ਪਾਈਐ ਸਾਧੂ ਧੂਰ। ਹੁਣ ਤੀਰਥਾਂ ਦੇ ਰਟਨ ਕਰਨੇ, ਵਰਤ ਰੱਖਣੇ, ਜਿਵੇਂ ਕੱਲ ਬੀਬੀਆਂ ਨੇ ਰੱਖਿਆ। ਔਰ ਵਰਤ ਰੱਖੇ ਗਏ ਵੀ ਮੇਰੇ ਪਤੀ ਦੀ ਉਮਰ ਲੰਬੀ ਹੋਵੇ। ਤੇ ਜੋ ਸ਼ਰਾਬ ਪੀ ਕੇ ਗੱਡੀ ਚਲਾਓ ਤੇ ਤੁਸੀਂ ਉਹਨੂੰ ਕਿੱਥੋਂ ਬਚਾ ਲਓਗੇ? ਕਹੋ ਸਤਨਾਮ ਸ੍ਰੀ। ਪਾਤਸ਼ਾਹ ਜੀ ਕਹਿੰਦੇ ਇਸ ਵਿਸਥਾਰ ਦੇ ਨਾਲ ਵੀ ਬੰਦੇ ਨੂੰ ਸੁੱਖ ਨਹੀਂ ਮਿਲਿਆਗਾ। ਮੈਂ ਵਰਤ ਇੱਕ ਦੀ ਗੱਲ ਨਹੀਂ ਕਰਦਾ, ਵਰਤ ਬਹੁਤ ਤਰ੍ਹਾਂ ਦੇ। ਤਾਂ ਵੈਸੇ ਗੱਲ ਯਾਦ ਆ ਗਈ, ਕੱਲ ਟੱਪ ਕੇ ਹਟਿਆ। ਪਰ ਪਾਤਸ਼ਾਹ ਜੀ ਕਹਿੰਦੇ ਮਨੁੱਖ ਜਿਹੜਾ ਹੈ ਅਨੇਕਾਂ ਤਰ੍ਹਾਂ ਦੇ ਕਰਮ ਕਾਂਡ ਕਰਦਾ ਹੈ, ਤੀਰਥਾਂ ਦੇ ਰਟਨ ਕਰਦਾ ਹੈ, ਵਰਤ ਰੱਖਦਾ ਹੈ, ਲੱਖਾਂ ਤਰ੍ਹਾਂ ਦੇ ਧੂਣੀਆਂ ਤਾਪਦਾ, ਜਲ ਧਾਰੇ ਕਰਦਾ, ਪੁੱਠਾ ਸਿੱਧਾ ਲਮਕਦਾ, ਸੁੱਖ ਪਾਉਣ ਵਾਸਤੇ, ਆਤਮਿਕ ਸੁੱਖ ਪਾਉਣ ਵਾਸਤੇ। ਇਹਦੇ ਨਾਲ ਤਾਂ ਕਹਿੰਦੇ ਸ਼ਾਂਤੀ ਨਾਲ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਸਹਿਜੇ ਸਹਿਜੇ ਵਾਹਿਗੁਰੂ ਵਾਹਿਗੁਰੂ ਜਪਦਾ ਰਹੇ ਤੇ ਨਾਲ ਨਾਲ ਕਿਰਤ ਵੀ ਕਰਦਾ ਰਹੇ ਦਸਾਂ ਨੌਹਾਂ ਦੀ। ਇਹਦੇ ਵਿੱਚ ਸੁੱਖ ਹੈ। ਤੀਰਥ ਵਰਤ ਲੱਖ ਸੰਜਮਾ, ਇਹ ਸਾਰਾ ਕੁਝ ਕਰ ਲਵੇ ਇੱਕ ਬੰਦਾ, ਤੇ ਦੂਜਾ ਇੱਕ ਬੰਦਾ ਗੁਰੂ ਦੀ ਸੰਗਤ ਕਰਦਾ ਹੈ, ਉਹ ਸੁਖੀ ਹੈ। ਕਹੋ ਸਤਨਾਮ ਸ੍ਰੀ। ਇਹ ਸਭ ਕੁਝ ਕਰਨ ਵਾਲੇ ਦੁਖੀ ਨਾ ਫਿਰ ਵੀ ਦਿਖਦਾ ਮੈਨੂੰ। ਤੀਰਥ ਵਰਤ ਲੱਖ ਸੰਜਮਾ, ਪਾਈਆ ਸਾਧੂ ਧੂਰ। ਤੇ ਦੂਜੇ ਪਾਸੇ ਬੰਦਾ ਠੱਗੀਆਂ ਮਾਰਦਾ, ਚੋਰੀਆਂ ਕਰਦਾ, ਸੰਸਾਰ ਤੋਂ ਲੁਕੋ ਕੇ ਬਹੁਤ ਪੁੱਠੇ ਸਿੱਧੇ ਕੰਮ ਕਰਦਾ ਹੈ, ਪਰ ਫਿਰ ਵੀ ਤੂੰ ਪਰਮੇਸ਼ਰ ਤੋਂ ਲੁਕੋ ਨਹੀਂ ਸਕਦਾ। ਕਹੋ ਸਤਨਾਮ ਸ੍ਰੀ। ਲੋਕ ਕਮਾਵੇ ਕਿਸ ਤੇ, ਜਾਂ ਵੇਖੈ ਸਦਾ ਹਦੂਰ। ਉਹ ਤੇਰੇ ਨਾਲ ਹੀ ਬੈਠਾ, ਤੈਨੂੰ ਵੇਖ ਰਿਹਾ, ਤੂੰ ਕਰੀ ਕੀ ਜਾਨਾ। ਕਹੋ ਸਤਨਾਮ ਸ੍ਰੀ। ਜਿਹੜੇ ਆ CCTV ਕੈਮਰੇ ਸਾਡੇ ਅੰਦਰ 2 ਫਿੱਟ ਕੀਤੇ ਆ, ਅੰਗਰੇਜ਼ੀ 'ਚ ਨਾਮ ਰੱਖ ਲਿਆ ਸੀਕ੍ਰੇਟ, ਵੀ ਗੁਪਤ ਗੁਪਤ ਵੇਖੀ ਜਾਂਦੇ ਆ, ਤੇ ਪੰਜਾਬੀ 'ਚ ਰੱਖਿਆ ਹੋਇਆ ਪਹਿਲਾਂ ਵੇਦਾਂ ਗ੍ਰੰਥਾਂ ਵਿੱਚ ਨਾਮ ਚਿੱਤਰ ਗੁਪਤ। ਕਹੋ ਸਤਨਾਮ ਸ੍ਰੀ। ਬੰਦਾ ਜੋ ਕਰਦਾ ਹੈ ਪਰਮੇਸ਼ਰ ਨੇ ਇਹਦੇ ਵਿੱਚ ਹੀ ਫਿੱਟ ਕਰਤੇ।
ਹਰੇਕ ਦੇ ਵਿੱਚ ਫਿੱਟ ਕਰਤੇ। ਐਸਾ ਉਹਦਾ ਨੈਟਵਰਕ ਹੈ। ਕਹੋ ਸਤਨਾਮ ਸ੍ਰੀ। ਹਰੇਕ ਦੇ ਨਾਲ ਜੋੜਤੇ। ਤੇ ਕੱਲਾ ਕੱਲਾ ਜਦ ਜਾਂਦਾ ਧਰਮਰਾਜ ਕੋਲੇ ਤੇ ਇਹਦੇ ਵਿੱਚੋਂ ਕੱਢ ਕੇ ਉਹ ਜਿਹੜੀ ਵਿੱਚ ਕੈਸਟ ਰੱਖੀ ਆ ਉਹ ਵੇਖਦਾ, ਆ ਦੇਖ, ਤੇ ਚਲਾ ਦਿੰਦਾ। ਐਂ ਕਰਕੇ ਆਇਆ, ਤੈਨੂੰ ਇਸ ਕੰਮ ਲਈ ਭੇਜਿਆ ਸੀਗਾ। ਉਹ ਭੇਜਿਆ ਤਾਂ ਨਾਮ ਜਪਣ ਨਹੀਂ ਸੀਗਾ। ਆਹ ਕੀ ਤੂੰ ਠੱਗੀਆਂ ਮਾਰਦਾ ਫਿਰਦਾ, ਆਹ ਕੀ ਕੁਛ ਕਰੀ ਜਾਂਦਾ। ਉਹ ਸਾਹਮਣੇ ਖੋਲ ਕੇ ਵਿਖਾ ਦਿੰਦਾ ਹੈ। ਫਿਰ ਬੰਦਾ ਮੁੱਕਰ ਨਹੀਂ ਸਕਦਾ। ਜਿਵੇਂ ਇੱਥੇ ਕੋਈ ਚੋਰ ਫੜਿਆ ਜਾਂਦਾ ਹੈ ਤੇ ਜੇ ਕੈਮਰਾ ਲੱਗਿਆ ਹੋਵੇ ਤੇ ਫਿਰ ਚਲਾ ਕੇ ਟੀਵੀ ਵਿਖਾਉਂਦੇ, ਆਹ ਕੀਤਾ, ਹੋ ਗਿਆ। ਕਹੋ ਸਤਨਾਮ ਸ੍ਰੀ। ਹੋ ਗਿਆ ਤੇ ਆ ਜਾ ਫਿਰ ਸਜ਼ਾ ਭੁਗਤ। ਕਹੋ ਸਤਨਾਮ ਸ੍ਰੀ। ਇਸ ਕਰਕੇ ਪਰਮੇਸ਼ਰ ਨੇ ਤਾਂ ਇਹ ਕੰਮ ਪਹਿਲੇ ਕੀਤਾ ਹੋਇਆ। ਸਾਇੰਸ ਨੂੰ ਹੁਣ ਲੱਭਿਆ, ਹੌਲੀ ਹੌਲੀ ਲੱਭ ਰਿਹਾ। ਸੂਈ ਤੋਂ ਲੈ ਕੇ ਸਾਇੰਸ ਜਿਹੜੀ ਆ ਅੱਜ ਕੰਪਿਊਟਰ ਯੁੱਗ ਤੱਕ ਪਹੁੰਚੀ ਆ। ਪਰ ਪਰਮੇਸ਼ਰ ਨੇ ਸਭ ਕੁਝ ਪਹਿਲੇ ਬਣਾਇਆ। ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖਾ ਸਿਰਜਣਹਾਰ। ਪਹਿਲੇ ਸਭ ਕੁਝ ਬਣਾਇਆ ਉਸ ਦਾ। ਪ੍ਰੀਤਮ ਜੀ ਕਹਿੰਦੇ ਲੋਕ ਕਮਾਵੇ ਕਿਸ ਤੇ ਜਾਂ ਵੇਖੈ ਸਦਾ ਹਦੂਰ। ਥਾਨ ਥਨੰਤਰ ਰਵ ਰਹਿਆ ਪ੍ਰਭ ਮੇਰਾ ਭਰਪੂਰ। ਮੇਰਾ ਮਾਲਕ ਹਰ ਥਾਂ ਤੇ ਹਰੇਕ ਨੂੰ ਵੇਖ ਰਿਹਾ ਹੈ। ਐਸਾ ਕੋਈ ਵੀ ਥਾਂ ਨਹੀਂ ਜਿਹੜਾ ਉਸ ਤੋਂ ਬਗੈਰ ਖਾਲੀ ਹੋਵੇ। ਸੱਚ ਪਾਤਸ਼ਾਹੀ ਅਮਰ ਸੱਚ ਸੱਚੈ ਸੱਚਾ ਥਾਨ। ਬਸ ਕੇਵਲ ਤੇ ਕੇਵਲ ਗੁਰੂ ਪਰਮੇਸ਼ਰ ਸੱਚ ਹੈ। ਸਦਾ ਰਹਿਣ ਵਾਲਾ ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ। ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਜਾਂ ਜਿਨ੍ਹਾਂ ਨੇ ਨਾਮ ਨਾਲ ਜੁੜਨਾ ਕੀਤਾ ਉਹ ਸਦਾ ਰਹਿਣਗੇ। ਜਿਵੇਂ 15 ਭਗਤਾਂ ਨੂੰ ਅਸੀਂ ਜਾਣਦੇ ਹਾਂ, ਨਾਮ ਜਪਣ ਵਾਲੀਆਂ ਰੂਹਾਂ ਨੂੰ ਜਾਣਦੇ ਹਾਂ, ਚਾਹੇ ਉਹ ਕਿਸੇ ਵੀ ਮੱਤ ਵਿੱਚ ਹੋਈ, ਚਾਹੇ ਹਿੰਦੂ ਮੱਤ ਵਿੱਚ, ਗੁਰਮੱਤ ਵਿੱਚ, ਪੁਰਾਣੇ ਸਮਿਆਂ ਦੇ ਵਿੱਚ ਹੋਏ, ਸਭ ਨੂੰ ਜਾਣਦੇ ਆ। ਪਰ ਜਿਹੜੇ ਨਹੀਂ ਨਾਮ ਨਾਲ ਜੁੜੇ ਉਹ ਮਿੱਟੀ ਵਿੱਚ ਮਿਲ ਕੇ ਮਿੱਟੀ ਹੋ ਗਏ, ਖਤਮ ਹੋ ਗਏ। ਉਹਨਾਂ ਨੂੰ ਕੋਈ ਨਹੀਂ ਜਾਣਦਾ। ਕੋ ਸਤਨਾਮ ਸ੍ਰੀ। ਪ੍ਰੀਤਮ ਜੀ ਕਹਿੰਦੇ ਸੱਚ ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਥਾਨ। ਉਹ ਆਪ ਸੱਚ ਹੈ, ਉਹਦਾ ਰਾਜ ਸਦਾ ਸਲਾਮਤ ਹੈ। ਪਾਤਸ਼ਾਹੀ ਰਾਜ, ਉਹਦਾ ਰਾਜ ਸਦਾ ਰਹਿਣ ਵਾਲਾ ਹੈ। ਉਹ ਆਪ ਸੱਚਾ ਹੈ, ਅਮਰ। ਉਹਦਾ ਹੁਕਮ ਵੀ ਸਦਾ ਚੱਲਣ ਵਾਲਾ ਤੇ ਸੱਚ ਹੈ। ਜਿਹੜਾ ਹੁਕਮ ਉਹਨੇ ਕਰਤਾ ਉਹਨੂੰ ਮੋੜਿਆ ਨਹੀਂ ਜਾ ਸਕਦਾ। ਆਇਆ ਹਕਾਰਾ ਚੱਲਣ ਵਾਲਾ ਹਰ ਰਾਮ ਨਾਮ ਸਮਾਇਆ। ਗੁਰੂ ਅਮਰਦਾਸ ਜੀ ਕਹਿੰਦੇ ਮੈਨੂੰ ਸੁਨੇਹਾ ਆ ਗਿਆ ਮਿੱਤਰੋ, ਹੁਣ ਮੈਂ ਜਾਣਾ। ਮਿੱਤ ਪੈਜਿਆ ਮਿੱਤ ਬਿਗਸਿਆ। ਜੇ ਤੁਸੀਂ ਮੇਰੇ ਮਿੱਤਰ ਹੋ ਤਾਂ ਰੋਇਓ ਨਾ। ਕਹੋ ਸਤਨਾਮ ਸ੍ਰੀ। ਜਿਸ ਮਿੱਤ ਕੀ ਪੈਜ ਭਾਵੇ ਮੈਂ ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਵੇ। ਇਸ ਕਰਕੇ ਉਹਦਾ ਅਮਰ ਹੁੰਦਾ ਹੁਕਮ। ਸੱਚਾ ਅਮਰ ਗੋਬਿੰਦ ਕਾ ਸੁਨ ਗੁਰੂ ਪਿਆਰੇ। ਭਾਈ ਗੁਰਦਾਸ ਜੀ ਲਿਖਦੇ ਨੇ ਅਮਰ ਦਾ ਮਤਲਬ ਹੈ ਕਦੇ ਨਾ ਕੈਂਸਲ ਹੋਣ ਵਾਲਾ ਹੁਕਮ। ਹੁਕਮ ਹੀ ਹੁਕਮ ਚਲਾਏ ਰਾਹੋ। ਸੱਚ ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਥਾਨ। ਉਹ ਆਪ ਸੱਚਾ ਹੈ, ਉਹਦਾ ਦਰ ਸੱਚਾ ਹੈ, ਉਹਦਾ ਘਰ ਸੱਚਾ ਹੈ। ਸੱਚੀ ਕੁਦਰਤ ਧਾਰੀ ਹਨ। ਇਹ ਜੋ ਕੁਦਰਤ ਉਹਨੇ ਬਣਾਈ ਹੈ ਇਹ ਵੀ ਕਦੇ ਖਤਮ ਹੋਣ ਵਾਲੀ ਨਹੀਂ। ਇਹਦੇ ਵਿੱਚ ਉਹ ਆਪ ਸਮਾਇਆ ਹੋਇਆ ਜਿਹਨੇ ਧਾਰਨ ਕੀਤੀ ਆ। ਧਾਰਨਾ ਹੁੰਦਾ ਜਿਵੇਂ ਮੈਂ ਕੁਰਤੇ ਦੇ ਵਿੱਚ ਵੜਿਆ, ਤੁਸੀਂ ਕੱਪੜਿਆਂ ਦੇ ਵਿੱਚ ਵੜੇ ਹੋ, ਪਰਮੇਸ਼ਰ ਤੁਹਾਡੇ ਸਰੀਰ ਦੇ ਵਿੱਚ ਵੜ ਕੇ ਬੈਠਾ। ਕੋ ਸਤਨਾਮ ਸੀ। ਇਵੇਂ ਜੀਵਾਂ ਦੇ ਵਿੱਚ ਉਹ ਆਪ ਸਮਾਇਆ ਹੋਇਆ ਹੈ। ਸੱਚੀ ਕੁਦਰਤ ਕਰਕੇ ਵਸਿਆ ਸੋਏ। ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ। ਸੱਚੀ ਕੁਦਰਤ ਧਾਰੀ ਹਨ। ਸੱਚ ਸਿਰਜਿਉਣ ਜਹਾਨ। ਜਿਸ ਨੇ ਸ੍ਰਿਸ਼ਟੀ ਬਣਾਈ ਹੈ, ਦੁਨੀਆ ਬਣਾਈ ਹੈ, ਨਾਨਕ ਜਪੀਐ ਸੱਚ ਨਾਮ। ਆਓ ਆਪਾਂ ਉਹਨੂੰ ਜਪਣਾ। ਸਾਰੇ ਭੁਲੇਖੇ ਕੱਢਣ ਵਾਸਤੇ ਇੰਨਾ ਕੁਛ ਲਿਖਣਾ ਪਿਆ ਪਾਤਸ਼ਾਹ ਨੂੰ। ਹੁਣ ਗੱਲ ਕਲੀਅਰ ਹੋ ਗਈ ਬਈ ਜੋ ਖਤਮ ਹੋਣ ਵਾਲਾ ਉਹਨੂੰ ਨਹੀਂ ਜਪਣਾ, ਜਿਹੜਾ ਸਦਾ ਰਹਿਣ ਵਾਲਾ ਉਹਨੂੰ ਜਪਣਾ। ਕੋ ਸਤਨਾਮ ਸ੍ਰੀ। ਉਹ ਆ ਹੈ ਨਾਨਕ ਜਪੀਐ ਸੱਚ ਨਾਮ ਹੋ ਸਦਾ ਸਦਾ ਕੁਰਬਾਨ। ਇਹ ਸੀ ਅੱਜ ਦੇ ਪਵਿੱਤਰ ਸ਼ਬਦ ਦੇ ਵਿਚਾਰ। ਅਗਲਾ ਸ਼ਬਦ ਇਸੇ ਲੜੀ ਨਾਲ ਜੋੜਦੇ ਹੋਏ ਪੰਜਵੇਂ ਪਾਤਸ਼ਾਹ ਫਿਰ ਸਾਨੂੰ ਕਹਿੰਦੇ ਆ, ਸ੍ਰੀ ਰਾਗ ਮਹੱਲਾ ਪੰਜਵਾ। ਉਦਮ ਕਰ ਹਰ ਜਾਪਣਾ। ਜਪਿਆ ਕਰੋ, ਉਦਮ ਕਰਕੇ ਉੱਠਿਆ ਕਰੋ ਤੜਕੇ। ਕਹੋ ਸਤਨਾਮ ਸ੍ਰੀ। ਉਦਮ ਕਰਕੇ ਜਪਿਆ ਕਰੋ, ਉਦਮ ਕਰ ਹਰ ਜਾਪਣਾ। ਬੜ ਭਾਗੀ ਤਨ ਖਾਟ। ਵੱਡੇ ਭਾਗਾਂ ਵਾਲਿਓ ਆਹ ਪੈਸਾ ਵੀ ਇਕੱਠਾ ਕਰ ਲਓ। ਦੂਜਾ ਪੈਸਾ ਬੈਂਕ ਬੈਲੈਂਸ ਵੀ ਬਣਾਇਆ ਹੋਣਾ, ਪਰ ਜਿੱਦੇ ਮਰ ਗਏ ਉਹ ਸਾਰਾ ਉੱਥੇ ਹੀ ਰਹਿ ਜਾਊਗਾ। ਕਹੋ ਸਤਨਾਮ ਸ੍ਰੀ। ਦੇਣਾ ਨਹੀਂ ਕਿਸੇ ਨੇ ਕਿਸੇ ਨੂੰ, ਨਾ ਸਾਡੇ ਨਾਲ ਜਾਣਾ। ਇੱਕ ਤੇਰਾ ਬੈਂਕ ਬੈਲੈਂਸ ਹੈ ਸਿਮਰਨ ਭਜਨ ਬੰਦਗੀ, ਸਮੇਂ ਦਾ ਬੈਲੈਂਸ। ਸਮਾਂ ਇਕੱਠਾ ਕਰ ਸਿਮਰਨ ਕਰ ਕਰਕੇ, ਇਹ ਤੇਰੇ ਕੰਮ ਆਊਗਾ।
ਬਾਹਰਲੇ ਦੇਸ਼ਾਂ ਵਿੱਚ ਕਰੀਤ ਮੈਨੂੰ ਪਤਾ ਲੱਗਿਆ, ਜਿਹੜੇ ਰਿਟਾਇਰ ਹੋ ਜਾਂਦੇ ਆ ਨਾ, ਉਹ ਕਿਸੇ ਹੋਰ ਬਜ਼ੁਰਗਾਂ ਦੀ ਸੇਵਾ ਕਰਦੇ ਹੈ ਅਤੇ ਸਰਕਾਰ ਨਾ ਉਹਨਾਂ ਦਾ ਸਮਾਂ ਨੋਟ ਕਰਦੀ ਆ, ਬਈ ਇਸ ਬਜ਼ੁਰਗ ਨੇ ਜਾ ਕੇ, ਰਿਟਾਇਰਮੈਂਟ ਵਾਲੇ ਨੇ ਕਿਸੇ ਬਜ਼ੁਰਗ ਦੀ ਇੰਨੇ ਘੰਟੇ ਸੇਵਾ ਕੀਤੀ ਆ। ਸਰਕਾਰ ਨੋਟ ਕਰਕੇ ਜਦੋਂ ਬੁੱਢਾ ਹੋ ਜਾਂਦਾ ਫਿਰ ਕਿਸੇ ਹੋਰ ਸੇਵਾ ਕਰਨ ਡਿਊਟੀ ਉਸ 'ਤੇ ਲਾ ਦਿੰਦੇ ਆ, ਲੈ ਵੀ ਇਹਨੇ ਫਲਾਣੇ ਬਜ਼ੁਰਗ ਦੀ ਇੰਨੇ ਘੰਟੇ ਇੰਨੇ ਮਹੀਨੇ ਸੇਵਾ ਕੀਤੀ ਸੀ, ਹੁਣ ਇਹਦੀ ਇੰਨੇ ਮਹੀਨੇ ਆਪਾਂ ਸੇਵਾ ਕਰਨੀ ਆ, ਅਤੇ ਜਿਹਨੇ ਉਹਦੀ ਕੀਤੀ ਉਹਦੇ ਉੱਤੇ ਫਿਰ ਕੋਈ ਅਗਲਾ ਨੌਜਵਾਨ ਲਾਇਆ ਜਾਊਗਾ ਸੇਵਾ ਕਰਨ ਵਾਸਤੇ। ਇਹ ਹੈ ਸਮੇਂ ਦਾ ਇਕੱਠਾ ਕਰਨਾ। ਕਿਸੇ ਵੀਰ ਨੇ ਪੁੱਛ ਲਿਆ ਇੱਧਰਲੇ ਨੇ ਉਸ ਨੂੰ, ਬੀਬੀ ਨੂੰ, ਵੀ ਬੀਬੀ ਤੂੰ ਰਿਟਾਇਰਮੈਂਟ ਹੈ, ਖਾਣ ਪੀਣ ਨੂੰ ਇੰਤਜ਼ਾਮ ਸਾਰਾ ਹੈ, ਅਤੇ ਤੂੰ ਐਵੇਂ ਉਹ ਫਲਾਣੇ ਬਜ਼ੁਰਗਾਂ ਨੂੰ ਸੰਭਾਲਦੀ ਫਿਰਦੀ ਹੈ। ਉਹ ਕਹਿੰਦਾ ਵੀਰ, ਦੁਨੀਆ ਜਿਵੇਂ ਪੈਸਾ ਇਕੱਠਾ ਕਰਦੀ ਹੈ ਨਾ, ਇੱਥੇ ਸਮਾਂ ਵੀ ਇਕੱਠਾ ਕੀਤਾ ਜਾਂਦਾ ਬੁਢਾਪੇ ਵਾਸਤੇ। ਕੋ ਸਤਨਾਮ ਸੀ। ਫਿਰ ਉਹਨੇ ਸਮਝਾਇਆ ਉਹਨੂੰ ਵੀ ਕਿਵੇਂ। ਉਹ ਕਹਿੰਦੀ ਅੱਜ ਮੈਂ ਰਿਟਾਇਰਮੈਂਟ ਹੋ ਗਈ, ਠੀਕ ਹੈ, ਮੇਰੇ ਕੋਲ ਸਹੂਲਤਾਂ ਸਾਰੀਆਂ, ਪਰ ਬੁਢਾਪੇ ਵੇਲੇ ਮੇਰੇ ਉੱਤੇ ਮੈਨੂੰ ਇੱਕ ਬੰਦਾ ਚਾਹੀਦਾ ਸੇਵਾ ਵਾਸਤੇ, ਜਲ ਪਾਣੀ ਛਕਾਉਣ ਵਾਸਤੇ। ਕਹਿੰਦੇ ਹਾਂ, ਅਤੇ ਉਦੋਂ ਸਾਰੇ ਜਵਾਕ ਮੇਰੇ ਛੱਡ ਜਾਣਗੇ ਮੈਨੂੰ, ਮੈਂ ਇਕੱਲੀ ਰਹਿ ਜੂੰ ਜਾਂ ਇਕੱਲਾ ਰਹਿ ਜੂੰ। ਫਿਰ ਆਹ ਜਿਹੜਾ ਮੈਂ ਸਮਾਂ ਕਿਸੇ ਬਜ਼ੁਰਗ ਦੀ ਸੇਵਾ 'ਚ ਲਾ ਰਹੀ ਆ ਨਾ, ਇਹ ਸਾਡੀ ਸਰਕਾਰ ਨੋਟ ਕਰਦੀ ਆ ਸਮਾਂ, ਵੀ ਇਹਨੇ ਇੰਨੇ ਘੰਟੇ ਇੰਨੇ ਮਹੀਨੇ ਇੰਨੇ ਸਾਲ ਫਲਾਣੇ ਬਜ਼ੁਰਗ ਦੀ ਸੇਵਾ ਕੀਤੀ। ਜਦ ਕੱਲ੍ਹ ਨੂੰ ਮੈਂ ਬੁੱਢਾ ਹੋਵਾਂਗਾ ਜਾਂ ਬੁੱਢੀ ਹੋਵਾਂਗੀ, ਮੈਂ ਅਰਜ਼ੀ ਦੇਵਾਂਗੀ ਜੀ ਮੈਨੂੰ ਹੁਣ ਲੋੜ ਹੈ ਕਿਸੇ ਦੀ ਡਿਊਟੀ ਲਾਓ, ਫਿਰ ਓਨੇ ਸਾਲਾਂ ਵਾਸਤੇ ਓਨੇ ਮਹੀਨਿਆਂ ਵਾਸਤੇ ਮੇਰੇ ਮਰਦੇ ਦਮ ਤੱਕ ਕਿਸੇ ਦੀ ਡਿਊਟੀ ਮੇਰੀ ਸੇਵਾ ਚਲਾਈ ਜਾਊਗੀ। ਕਹੋ ਸਤਨਾਮ। ਉਹ ਸਾਡਾ ਪੰਜਾਬੀ ਬੰਦਾ ਹੈਰਾਨ ਹੋ ਗਿਆ ਵੀ ਯਾਰ ਕਮਾਲ ਦੀ ਗੱਲ ਹੈ, ਆਹ ਤਾਂ ਸਾਨੂੰ ਪਤਾ ਹੀ ਨਹੀਂਗਾ, ਅਸੀਂ ਪੈਸੇ ਤਾਂ ਇਕੱਠੇ ਕਰੀ ਜਾਂਦੇ ਹਾਂ ਪਰ ਸੇਵਾ ਇਕੱਠੀ ਨਹੀਂ ਕਰਦੇ। ਕਹੋ ਸਤਨਾਮ। ਤੇ ਗੁਰੂ ਸਾਹਿਬ ਨੇ ਕਿਸ ਦਿਨ ਦੱਸਿਆ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਨਾ, ਹਉਮੈ ਵਿੱਚੋਂ ਜਾਏ। ਆਖਰੀ ਪੰਕਤੀ ਵਿੱਚ ਬਾਬਾ ਜੀ ਕਹਿੰਦੇ ਸੀ, ਨਾਨਕ ਜਪੀਐ ਸੱਚ ਨਾਮ, ਹਉ ਸਦਾ ਸਦਾ ਕੁਰਬਾਨ। ਅੱਗੇ ਫਿਰ ਕਹਿੰਦੇ ਆ, ਉਦਮ ਕਰ ਹਰ ਜਾਪਣਾ, ਬੜ ਭਾਗੀ ਤਨ ਖਾਟ, ਸੰਤ ਸੰਗ ਹਰ ਸਿਮਰਨਾ, ਮਨ ਜਨਮ ਜਨਮ ਕੀ ਕਾਟ। ਮਨ ਮੇਰੇ ਰਾਮ ਨਾਮ ਜਪ ਜਾਪ, ਮਨ ਇੱਛੇ ਫਲ ਪੁੰਚ ਤੂੰ ਸਭ ਚੁੱਕੇ ਸੋਗ ਸੰਤਾਪ। ਅਗਲੇ ਸ਼ਬਦ ਦੇ ਵਿੱਚ ਕੀ ਗਾਈਡ ਕਰਦੇ ਆ, ਇਹ ਆਪਾਂ ਅਗਲੇ ਦੀਵਾਨਾਂ ਵੀ ਸਰਵਣ ਕਰਾਂਗੇ। ਬੋਲਦੇ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।